ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਤਾਂ ਅੱਜ ਤੋਂ ਅਸੀਂ ਆਗਾਜ਼ ਕਰ ਰਹੇ ਹਾਂ ਤੁਹਾਡੇ ਰਿਵੀਜ਼ਨ ਮੋਡਿਊਲ ਦਾ ਫॉर ਪੰਜਾਬ ਕੋਆਪਰੇਟਿਵ ਇੰਸਪੈਕਟਰ। ਤੁਸੀਂ ਜਾਣਦੇ ਹੋ ਤੁਹਾਡਾ ਪੇਪਰ ਬਿਲਕੁਲ ਨੇੜੇ ਹੈ, 11 ਸਤੰਬਰ ਨੂੰ ਤੁਹਾਡਾ ਪੇਪਰ ਹੈ ਤੇ ਅਸੀਂ ਇਹ ਰਿਵੀਜ਼ਨ ਮੋਡਿਊਲ ਸਟਾਰਟ ਕੀਤਾ ਹੈ ਸੋ ਦੈਟ ਤੁਹਾਡੀ MCQ ਰਾਹੀਂ ਪੂਰੀ ਰਿਵੀਜ਼ਨ ਹੋ ਜਾਏ। ਲਾਸਟ ਦਾ ਜਿਹੜਾ ਮਹੀਨਾ ਹੁੰਦਾ ਹੈ, ਲਾਸਟ ਦੇ ਜਿਹੜੇ ਡੇਜ਼ ਹੁੰਦੇ ਆ ਫॉर ਐਨੀ ਐਗਜ਼ਾਮੀਨੇਸ਼ਨ, ਉਹ ਬਹੁਤ ਜ਼ਿਆਦਾ ਕ੍ਰਿਟੀਕਲ ਹੁੰਦੇ ਆ ਤੇ ਉਸ ਟਾਈਮ ਬੰਦਾ ਕਨਫਿਊਜ਼ ਹੁੰਦਾ ਹੈ ਕਿ ਕੀ ਕਰੀਏ, ਰਿਵੀਜ਼ਨ ਕਰੀਏ ਜਾਂ MCQ ਕਰੀਏ। ਤਾਂ ਅਸੀਂ ਤੁਹਾਡੀ ਰਿਵੀਜ਼ਨ ਕਰਾ ਰਹੇ ਹਾਂ ਅਲੋਂਗ ਵਿਦ MCQs ਦੇ ਰਾਹੀਂ ਤੁਹਾਡੀ ਰਿਵੀਜ਼ਨ ਕਰਾ ਰਹੇ ਹਾਂ। ਨਾਓ ਜੀ ਇਹ ਜਿਹੜਾ ਲੈਕਚਰ ਹੈ ਜਿਹੜਾ ਮੈਂ ਲੈਣ ਜਾ ਰਿਹਾ ਉਹ ਤੁਹਾਡੀ ਉਸ ਲੈਕਚਰ ਦੇ ਵਿੱਚ ਮੈਂ ਤੁਹਾਡੀ ਰਿਵੀਜ਼ਨ ਕਰਾਵਾਂਗਾ ਇਕਨੋਮੀ ਦੇ ਪੋਰਸ਼ਨ ਦੀ, GK ਇਕਨੋਮੀ ਦੇ ਪੋਰਸ਼ਨ ਦੀ ਰਿਵੀਜ਼ਨ ਅਸੀਂ ਕਰਾਂਗੇ ਤੇ MCQs ਦੇ ਰਾਹੀਂ ਕਰਾਂਗੇ। ਠੀਕ ਹੈ, ਤੇ ਜਿਹੜਾ ਅੱਜ ਦਾ ਲੈਕਚਰ ਹੈਗਾ, ਅੱਜ ਦੇ ਲੈਕਚਰ ਦੇ ਵਿੱਚ ਜਿਹੜੇ MCQ ਅਸੀਂ ਡਿਸਕਸ ਕਰ ਰਹੇ ਹਾਂ ਉਹ ਹੋਣਗੇ ਆਪਣੇ GDP ਵਾਲਾ ਟੌਪਿਕ ਜਿਹੜਾ ਹੈ ਜਿਸ ਨੂੰ ਅਸੀਂ ਨੈਸ਼ਨਲ ਇਨਕਮ ਅਕਾਊਂਟਿੰਗ ਕਹਿੰਦੇ, ਇਨਫਲੇਸ਼ਨ ਵਾਲਾ ਜਿਹੜਾ ਟੌਪਿਕ ਹੈ ਤੇ ਬੇਸਿਕਸ ਆਫ ਇਕਨੋਮਿਕਸ ਵਾਲਾ ਟੌਪਿਕ ਹੈ। ਠੀਕ ਹੈ, ਅਸੀਂ ਪੂਰੇ ਇਕਨੋਮੀ ਦੇ ਪੋਰਸ਼ਨ ਨੂੰ MCQs ਰਾਹੀਂ ਰਿਵਾਈਜ਼ ਕਰਾਂਗੇ ਇਨ 8 ਲੈਕਚਰਸ, ਰਾਈਟ। ਟੁਡੇ ਇਜ਼ ਫਰਸਟ ਲੈਕਚਰ ਔਰ ਫਰਸਟ ਲੈਕਚਰ ਦੇ ਵਿੱਚ ਅਸੀਂ ਕਿਹੜੇ ਟੌਪਿਕਸ ਕਵਰ ਕਰ ਰਹੇ ਹਾਂ? ਆਹ ਵਾਲੇ ਟੌਪਿਕਸ ਕਵਰ ਕਰ ਰਹੇ ਹਾਂ। ਨੈਸ਼ਨਲ ਇਨਕਮ ਅਕਾਊਂਟਿੰਗ ਜਿਸ ਦੇ ਵਿੱਚ ਅਸੀਂ GDP GNP ਵਗੈਰਾ ਡਿਸਕਸ ਕਰਦੇ ਹਾਂ, ਇਨਫਲੇਸ਼ਨ ਦਾ ਟੌਪਿਕ ਤੇ ਬੇਸਿਕਸ ਆਫ ਇਕਨੋਮਿਕਸ ਦਾ ਜਿਹੜਾ ਟੌਪਿਕ ਹੈ, ਠੀਕ ਹੈ, ਜਿਸ ਦੇ ਵਿੱਚ ਅਸੀਂ ਲਾਅ ਆਫ ਡਿਮਾਂਡ ਕਰਦੇ ਹਾਂ, ਲਾਅ ਆਫ ਸਪਲਾਈ ਵਗੈਰਾ ਕਰਦੇ ਹਾਂ। ਠੀਕ ਹੈ, ਤਾਂ ਇਕਨੋਮੀ ਦਾ ਪੋਰਸ਼ਨ ਅਸੀਂ ਰਿਵਾਈਜ਼ ਕਰਾਂਗੇ। ਤੁਹਾਨੂੰ ਸ਼ਡਿਊਲ ਤਾਂ ਮਿਲ ਹੀ ਚੁੱਕਿਆ ਹੈ। ਤੁਹਾਨੂੰ ਇਹ ਪੂਰੇ ਕੋਰਸ ਮੋਡਿਊਲ ਦੇ ਬਾਰੇ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਸ ਕੋਰਸ ਦੀ ਅਨਾਉਂਸਮੈਂਟ ਵੀਡੀਓ ਦੇਖ ਲਿਓ। ਠੀਕ ਹੈ, ਉਸ ਦੇ ਵਿੱਚ ਤੁਹਾਨੂੰ ਸਾਰੀ ਕਲੈਰਿਟੀ ਹੋ ਜੂਗੀ ਕਿ ਅਸੀਂ ਰਿਵੀਜ਼ਨ ਕਿਸ ਤਰ੍ਹਾਂ ਕਰ ਰਹੇ ਹਾਂ। ਠੀਕ ਹੈ ਜੀ, ਚਲੋ ਫਿਰ ਬਿਨਾਂ ਕਿਸੇ ਦੇਰੀ ਦੇ ਆਪਣੀ ਰਿਵੀਜ਼ਨ ਸਟਾਰਟ ਕਰਦੇ ਹਾਂ ਤੇ ਰਿਵੀਜ਼ਨ ਆਪਾਂ ਕਰ ਰਹੇ ਹਾਂ ਇਹ ਟੌਪਿਕਸ ਦੀ, ਆਹ ਵਾਲੇ ਟੌਪਿਕਸ ਦੀ ਥਰੂ MCQs। ਠੀਕ ਹੈ, ਇਕਨੋਮੀ ਲੈਕਚਰ 1। ਚਲੋ ਜੀ, ਲੈਟਸ ਸਟਾਰਟ। ਕੁਐਸਚਨ ਨੰਬਰ 1 ਆਪਣਾ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਇਨਫਲੇਸ਼ਨ। Wholesale price index includes both goods and services. Consumer price index only tracks the prices of domestically produced goods. Now, ਜਿਹੜਾ wholesale price index ਹੁੰਦਾ ਹੈ ਨਾ, ਉਸ ਦੇ ਵਿੱਚ ਅਸੀਂ ਸਿਰਫ goods ਦੀ ਇਨਫਲੇਸ਼ਨ ਨੂੰ ਦੇਖਦੇ ਹਾਂ, ਸਰਵਿਸਿਜ਼ ਦੀ ਇਨਫਲੇਸ਼ਨ ਨੂੰ ਦੇਖਦੇ ਹੀ ਨਹੀਂ ਹੈ। ਤਾਂ ਇਸੇ ਕਰਕੇ ਆਹ ਵਾਲੀ ਸਟੇਟਮੈਂਟ ਗਲਤ ਹੋ ਜਾਂਦੀ ਹੈ। ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੁੰਦਾ ਨਾ, ਉਸ ਦੇ ਵਿੱਚ ਅਸੀਂ ਬੋਥ ਗੁੱਡਸ ਐਂਡ ਸਰਵਿਸਿਜ਼ ਦੀ ਇਨਫਲੇਸ਼ਨ ਨੂੰ ਟਰੈਕ ਕਰਦੇ ਹਾਂ, ਪਰ ਹੋਲਸੇਲ ਪ੍ਰਾਈਸ ਇੰਡੈਕਸ ਜਿਹੜਾ ਹੈਗਾ ਉਹ ਸਿਰਫ ਗੁੱਡਸ ਦੀ ਇਨਫਲੇਸ਼ਨ ਨੂੰ ਟਰੈਕ ਕਰਦਾ ਹੈ। ਠੀਕ ਹੈ, ਤੇ ਇਹ ਸਟੇਟਮੈਂਟ ਆਪਣੀ ਗਲਤ ਹੋ ਜਾਂਦੀ ਹੈ। Now, consumer price index only tracks the prices of domestically produced goods. ਨਹੀਂ, ਇਸ ਦੇ ਵਿੱਚ imported goods ਵੀ ਟਰੈਕ ਕਰਦੇ ਹਾਂ ਅਸੀਂ। ਤਾਂ consumer price index ਦੇ ਵਿੱਚ ਅਸੀਂ goods and services ਟਰੈਕ ਕਰਦੇ ਹਾਂ, ਇਹਨਾਂ ਦੇ ਪ੍ਰਾਈਸਿਸ ਨੂੰ ਟਰੈਕ ਕਰਦੇ ਹਾਂ ਤੇ imported goods and services ਦੇ ਪ੍ਰਾਈਸਿਸ ਨੂੰ ਵੀ ਟਰੈਕ ਕਰਦੇ ਹਾਂ, domestically produced goods and services ਦੇ ਪ੍ਰਾਈਸਿਸ ਨੂੰ ਵੀ ਟਰੈਕ ਕਰਦੇ ਹਾਂ। Alright, ਤਾਂ ਪਹਿਲੀ ਸਟੇਟਮੈਂਟ ਵੀ ਗਲਤ ਹੈ, ਦੂਜੀ ਸਟੇਟਮੈਂਟ ਵੀ ਗਲਤ ਹੈ। ਸਟੇਟਮੈਂਟ ਸਹੀ ਹੁੰਦੀ ਜੇ ਅਸੀਂ ਕਹਿੰਦੇ ਕਿ CPI tracks the prices of both domestic goods and imported goods ਤੇ wholesale price index includes only goods, ਤਾਂ ਇਹ ਦੋਵੇਂ ਸਟੇਟਮੈਂਟ ਸਹੀ ਹੋ ਜਾਣਦੀਆਂ। ਠੀਕ ਹੈ, ਬਟ ਐਜ਼ ਆਫ ਨਾਓ ਇਹ ਸਟੇਟਮੈਂਟ ਵੀ ਗਲਤ ਹੈ। ਤੁਹਾਨੂੰ ਪਤਾ ਲੱਗ ਗਿਆ ਬਿਕੋਜ਼ ਇਹ ਸਿਰਫ ਗੁੱਡਸ ਨੂੰ ਟਰੈਕ ਕਰਦਾ ਹੈ ਤੇ ਇਹ ਇੰਪੋਰਟਡ ਗੁੱਡਸ ਨੂੰ ਵੀ ਟਰੈਕ ਕਰਦਾ ਹੈ। ਇਸੇ ਕਰਕੇ ਬੋਥ ਸਟੇਟਮੈਂਟਸ ਆਰ ਫਾਲਸ ਤੇ ਸਾਡੇ ਤੋਂ ਪੁੱਛਿਆ ਗਿਆ ਹੈ ਕਿ ਕਿਹੜੀ ਸਟੇਟਮੈਂਟ ਕਰੈਕਟ ਹੈ। ਨਾਈਦਰ ਆਫ them ਆਰ ਕਰੈਕਟ। ਆਪਸ਼ਨ ਬਣਦਾ ਆਪਣਾ D। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। Which of the following statement is incorrect? Incorrect ਪੁੱਛ ਰਹੇ ਸਾਡੇ ਤੋਂ। ਸਟੇਟਮੈਂਟਸ ਪੜ੍ਹ ਲੈਂਦੇ ਇੱਕ ਵਾਰੀ। Goods with very few substitutes have very high price elasticity. Okay. Increase in the price of inelastic goods increases total expenditure on those goods. Okay. Increase in the price of elastic goods decreases total expenditure on these goods. Okay. Cross elasticity of substitute goods is positive. Now, ਇਹ ਰਿਵੀਜ਼ਨ ਕਰ ਰਹੇ ਹਾਂ ਅਸੀਂ। ਠੀਕ ਹੈ, ਤਾਂ ਤੁਸੀਂ ਇਹ ਟੌਪਿਕ ਤਾਂ ਕਰ ਹੀ ਚੁੱਕੇ ਹੋ। ਖੈਰ ਇੱਕ ਇੱਕ ਸਟੇਟਮੈਂਟ ਨੂੰ ਦੇਖਦੇ ਹਾਂ। Goods with very few substitutes have very high price elasticity. Goods with very few substitutes, ਜਿਹੜੇ goods ਹੁੰਦੇ ਜਿਨ੍ਹਾਂ ਦੇ substitutes ਹੈਗੇ ਹੀ ਨਹੀਂ ਜ਼ਿਆਦਾ। ਠੀਕ ਹੈ, ਜਿੱਦਾਂ ਕੋਕ ਹੋ ਗਈ, ਮੰਨ ਲਓ ਕੋਕੋ ਕੋਲਾ ਦਾ ਕੋਈ substitute ਹੀ ਨਹੀਂ ਹੈ, ਪੈਪਸੀ ਐਗਜ਼ਿਸਟ ਹੀ ਨਹੀਂ ਕਰਦਾ। ਠੀਕ ਹੈ ਨਾ, ਕੋਕੋ ਕੋਲਾ ਦਾ ਜੇ ਕੋਈ substitute ਨਹੀਂ ਅਵੇਲੇਬਲ ਹੁੰਦਾ ਤਾਂ ਉਸਦੀ ਪ੍ਰਾਈਸ ਇਲਾਸਟਿਸਿਟੀ ਘੱਟ ਹੁੰਦੀ ਹੈ। ਨਾ ਤੁਸੀਂ ਸੋਚ ਰਹੇ ਹੋਣੇ ਪ੍ਰਾਈਸ ਇਲਾਸਟਿਸਿਟੀ ਕੀ ਹੁੰਦੀ ਹੈ। ਪ੍ਰਾਈਸ ਇਲਾਸਟਿਸਿਟੀ ਬੇਸਿਕਲੀ ਹੁੰਦਾ ਹੈ ਕਿ ਡਿਮਾਂਡ ਦਾ ਰਿਲੇਸ਼ਨਸ਼ਿਪ ਵੀਜ਼ਾ-ਵੀ ਪ੍ਰਾਈਸ। ਜੇ ਪ੍ਰਾਈਸ ਵੱਧਦਾ ਤਾਂ ਡਿਮਾਂਡ ਘਟਦੀ ਹੈ, ਜੇ ਪ੍ਰਾਈਸ ਘਟਦਾ ਤਾਂ ਡਿਮਾਂਡ ਵੱਧਦੀ ਹੈ। ਬਟ ਇਲਾਸਟਿਸਿਟੀ ਪਤਾ ਕੀ ਮੈਜ਼ਰ ਕਰਦਾ ਹੈ ਕਿ ਜੇ ਪ੍ਰਾਈਸ ਥੋੜਾ ਜਿਹਾ ਘਟ ਰਿਹਾ ਹੈ, ਠੀਕ ਹੈ, ਪਰ ਡਿਮਾਂਡ ਬਹੁਤ ਜ਼ਿਆਦਾ ਵੱਧ ਰਹੀ ਹੈ,
ਤਾਂ ਹਾਈਲੀ ਇਲਾਸਟਿਕ ਹੈ। ਪਰ ਜੇ ਪ੍ਰਾਈਸ ਥੋੜਾ ਜਿਹਾ ਘਟ ਰਿਹਾ ਹੈ ਪਰ ਡਿਮਾਂਡ ਬਹੁਤ ਥੋੜੀ ਹੀ ਵੱਧ ਰਹੀ ਹੈ ਤਾਂ ਇਨਇਲਾਸਟਿਕ ਹੈ। ਤਾਂ ਬੇਸਿਕਲੀ ਲਾਅ ਆਫ ਡਿਮਾਂਡ ਤਾਂ ਇਹੀ ਕਹਿੰਦਾ ਹੈ ਕਿ ਡਿਮਾਂਡ ਤੇ ਪ੍ਰਾਈਸ ਇਨਵਰਸਲੀ ਪ੍ਰੋਪੋਰਸ਼ਨਲ ਹੈ, ਇਹੀ ਲਾਅ ਆਫ ਡਿਮਾਂਡ ਕਹਿੰਦਾ ਹੈ। ਬਟ ਇਲਾਸਟਿਸਿਟੀ ਸਾਨੂੰ ਪਤਾ ਕੀ ਦੱਸਦੀ ਹੈ ਕਿ ਜਿਹੜੀ ਡਿਮਾਂਡ ਹੈ ਉਹ ਪ੍ਰਾਈਸ ਨਾਲੋਂ ਕਿੰਨੀ ਰਿਲੇਟਡ ਹੈ, ਕਿੰਨੀ ਰਿਸਪੌਂਡ ਕਰਦੀ ਹੈ ਪ੍ਰਾਈਸ ਨੂੰ। ਨਾਓ ਜਿਹੜੇ ਗੁੱਡਸ ਦੇ ਘੱਟ ਸਬਸਟੀਟਿਊਟਸ ਹੁੰਦੇ ਆ ਨਾ ਉਹਨਾਂ ਦੀ ਪ੍ਰਾਈਸ ਇਲਾਸਟਿਸਿਟੀ ਘੱਟ ਹੁੰਦੀ ਹੈ, ਉਹ ਇਨਇਲਾਸਟਿਕ ਜ਼ਿਆਦਾ ਹੁੰਦੇ ਆ। ਇਸੇ ਕਰਕੇ ਪਹਿਲੀ ਸਟੇਟਮੈਂਟ ਗਲਤ ਹੈ, ਸਾਡਾ ਆਨਸਰ ਤਾਂ ਨਿਕਲ ਗਿਆ। ਪਰ ਬਾਕੀ ਸਟੇਟਮੈਂਟਸ ਵੀ ਵੇਖ ਲੈਂਦੇ ਆ ਅਸੀਂ। ਇੰਕਰੀਜ਼ ਇਨ ਦ ਪ੍ਰਾਈਸ ਆਫ ਇਨਇਲਾਸਟਿਕ ਗੁੱਡਸ ਇੰਕਰੀਜ਼ਸ ਟੋਟਲ ਐਕਸਪੈਂਡੀਚਰ ਔਨ ਦੋਜ਼ ਗੁੱਡਸ। ਜੇ ਪ੍ਰਾਈਸ ਵੱਧ ਜਾਊਗਾ ਕਿਸੇ ਵੀ ਇਨਇਲਾਸਟਿਕ ਗੁੱਡ ਦਾ ਤਾਂ ਉਸਦੀ ਡਿਮਾਂਡ ਜ਼ਿਆਦਾ ਘਟਣੀ ਨਹੀਂ ਹੈ, ਇਸੇ ਕਰਕੇ ਟੋਟਲ ਐਕਸਪੈਂਡੀਚਰ ਵੱਧ ਜਾਣਾ। ਬਿਲਕੁਲ ਠੀਕ। ਇਲਾਸਟਿਕ ਗੁੱਡਸ ਦੇ ਵਿੱਚ ਬਿਲਕੁਲ ਆਪੋਜ਼ਿਟ ਹੁੰਦਾ ਹੈ, ਠੀਕ ਹੈ। ਤੇ ਕ੍ਰਾਸ ਇਲਾਸਟਿਸਿਟੀ ਦਾ ਮਤਲਬ ਪਤਾ ਕੀ ਹੁੰਦਾ ਹੈ? ਕ੍ਰਾਸ ਇਲਾਸਟਿਸਿਟੀ ਦਾ ਮਤਲਬ ਹੁੰਦਾ ਹੈ ਕਿ ਦੋ ਪੈਨ ਹੈਗੇ ਆ ਮੇਰੇ ਕੋਲ, ਠੀਕ ਹੈ। ਇਸ ਦਾ ਜੇ ਪ੍ਰਾਈਸ ਵਧੇਗਾ ਤਾਂ ਇਸ ਦੀ ਡਿਮਾਂਡ ਕਿੰਨੀ ਘਟੂਗੀ, ਠੀਕ ਹੈ। ਇਹ ਚੈੱਕ ਕਰਦੇ ਇਸ ਦਾ ਮਤਲਬ ਕ੍ਰਾਸ ਇਲਾਸਟਿਸਿਟੀ ਹੁੰਦਾ ਹੈ। ਨਾਰਮਲ ਇਲਾਸਟਿਸਿਟੀ ਦਾ ਮਤਲਬ ਕੀ ਹੈ ਕਿ ਇਸ ਦੀ ਡਿਮਾਂਡ ਤੇ ਇਸ ਦੀ ਪ੍ਰਾਈਸ ਦਾ ਕੀ ਰਿਲੇਸ਼ਨਸ਼ਿਪ ਹੈ। ਕ੍ਰਾਸ ਇਲਾਸਟਿਸਿਟੀ ਦਾ ਮਤਲਬ ਹੈ ਦੂਜੇ ਗੁੱਡ ਦੇ ਪ੍ਰਾਈਸ ਦੇ ਨਾਲ ਇਸ ਦੀ ਡਿਮਾਂਡ ਦੇ ਵਿੱਚ ਕੀ ਫਰਕ ਆਉਂਦਾ ਹੈ, ਠੀਕ ਹੈ ਨਾ। ਜਿਹੜੇ ਸਬਸਟੀਟਿਊਟ ਗੁੱਡਸ ਹੁੰਦੇ ਆ, ਜਿੱਦਾਂ ਮੰਨ ਲਓ ਟੀ ਕਾਫੀ ਹੋ ਗਿਆ, ਜੇ ਟੀ ਦਾ ਪ੍ਰਾਈਸ ਵੱਧਦਾ ਹੈ ਤਾਂ ਕਾਫੀ ਦੀ ਡਿਮਾਂਡ ਆਟੋਮੈਟਿਕਲੀ ਵੱਧ ਜਾਂਦੀ ਹੈ। ਕਿਉਂ? ਟੀ ਮਹਿੰਗੀ ਹੋ ਗਈ, ਲੋਕੀ ਹੁਣ ਟੀ ਨਹੀਂ ਖਰੀਦਣਗੇ, ਹੁਣ ਕਾਫੀ ਵੱਲ ਸ਼ਿਫਟ ਹੋਣਗੇ। ਤਾਂ ਜੇ ਟੀ ਦਾ ਪ੍ਰਾਈਸ ਵੱਧਦਾ ਹੈ ਤਾਂ ਕਾਫੀ ਦੀ ਡਿਮਾਂਡ ਵੱਧ ਜਾਂਦੀ ਹੈ। ਤਾਂ ਇਸੇ ਕਰਕੇ ਡਿਮਾਂਡ ਆਫ ਵਨ ਸਬਸਟੀਟਿਊਟ ਐਂਡ ਪ੍ਰਾਈਸ ਆਫ ਅਦਰ ਸਬਸਟੀਟਿਊਟ ਆਰ ਪੋਜ਼ਿਟਿਵਲੀ ਰਿਲੇਟਡ, ਠੀਕ ਹੈ। ਤਾਂ ਕ੍ਰਾਸ ਇਲਾਸਟਿਸਿਟੀ ਆਫ ਸਬਸਟੀਟਿਊਟ ਗੁੱਡਸ ਇਜ਼ ਪੋਜ਼ਿਟਿਵ। ਇਹ ਵੀ ਸਟੇਟਮੈਂਟ ਸਹੀ ਹੈ। ਆ ਸਾਡੇ ਤੋਂ ਪੁੱਛਿਆ ਸੀ ਇਨਕਰੈਕਟ ਕਿਹੜੀ ਸਟੇਟਮੈਂਟ ਹੈ, ਇਨਕਰੈਕਟ ਹੈਗੀ ਹੈ ਇਹ, ਠੀਕ ਹੈ। ਨੈਕਸਟ, which of the following could lead to cost push supply shock inflation? देखो इन्फ्लेशन भी दो कारणों नाल हुंदी है। एक हुंदी है डिमांड पुल इन्फ्लेशन, जब डिमांड किसी चीज दी वध जांदी है तां डिमांड पुल इन्फ्लेशन कहंदे हैं उसनूं। ते कॉस्ट पुश हुंदी है जब रॉ मटीरियल दी कॉस्ट वध जांदी है, ठीक है। जे रॉ मटीरियल महंगे हो गए तां फिनिश गुड दा भी प्राइस वध जाऊगा, तां कॉस्ट पुश डिमांड पुल। नाउ ये तीन एग्जांपल दिते हुए हैं तुहानूं, तुसीं दसना है कि किहड़ा एग्जांपल कॉस्ट पुश दा हैगा। राइज इन द प्राइस ऑफ बेसिक मेटल्स, हुण जेडे बेसिक मेटल्स होंदे हैं आयरन, स्टील, कॉपर वगैरह, ये रॉ मटीरियल यूज होंदे हैं। ते जे रॉ मटीरियल महंगा हो गया तो फाइनल गुड भी महंगा हो जाना है, तो ये कॉस्ट पुश दा एग्जांपल है। इंक्रीज इन जीएसटी रेट, ना जब जीएसटी रेट वध जाणगे तो किसी भी रॉ मटीरियल नूं प्रोक्योर करना महंगा हो जाऊगा। आयरन नूं जद मैं एज अ रॉ मटीरियल परचेज करांगा तो मैनूं जीएसटी ज्यादा देना पैना है, इसे करके मेरे रॉ मटीरियल की कॉस्ट वध गई। ਇਹ ਵੀ ਹੈਗਾ। डिक्रीज इन इनकम टैक्स रेट, जे इनकम टैक्स रेट्स घट हो जाण ਤਾਂ ਤੁਹਾਡੇ ਕੋਲ ਜ਼ਿਆਦਾ ਪੈਸਾ ਬਚੂਗਾ। ਜੇ ਤੁਹਾਡੇ ਕੋਲ ਜ਼ਿਆਦਾ ਪੈਸਾ ਬਚੂਗਾ ਤੁਸੀਂ ਜ਼ਿਆਦਾ ਡਿਮਾਂਡ ਕਰੋਗੇ ਗੁੱਡਸ ਐਂਡ ਸਰਵਿਸਿਜ਼। ਸੋ ਦਿਸ ਇਜ਼ ਦ ਐਗਜ਼ਾਮਪਲ ਆਫ ਡਿਮਾਂਡ ਪੁਲ ਇਨਫਲੇਸ਼ਨ, ਠੀਕ ਹੈ। ਤਾਂ ਇਹ ਦੋ ਕਾਸਟ ਪੁਸ਼ ਦਾ ਐਗਜ਼ਾਮਪਲ ਹੈ, ਇਹ ਡਿਮਾਂਡ ਪੁਲ ਦਾ। ਸਾਡੇ ਤੋਂ ਪੁੱਛਿਆ ਕਾਸਟ ਪੁਸ਼ ਦੱਸਿਓ, ਤਾਂ 1 and 2 ਓਨਲੀ ਬੀ, ਠੀਕ ਹੈ। ਚਲੋ ਨੈਕਸਟ, which of the following statement is correct about core inflation? पहली गल, core inflation की हुंदी है non fuel component of inflation ਨੂੰ ਅਸੀਂ core inflation ਕਹਿੰਦੇ ਆ। ਤੇ ਜਦ ਤੁਸੀਂ food ਦੀ inflation ਜਾਂ fuel ਦੀ inflation ਨੂੰ ਮਾਈਨਸ ਕਰ ਦਿੰਦੇ ਹੋ, ਬਾਕੀ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹਨਾਂ ਦੇ ਵਿੱਚ ਜਦ ਤੁਸੀਂ ਇਨਫਲੇਸ਼ਨ ਦੇਖਦੇ ਹੋ ਤਾਂ ਉਸ ਨੂੰ ਅਸੀਂ core inflation ਕਹਿੰਦੇ ਆ, ठीक है। It is caused by supply shock in certain essential commodities, ना जरूरी नहीं है। It captures the underlying trend of inflation and therefore is more stable। बिल्कुल, fuel और food ਜਿਹੜਾ ਹੈ ਉਹ volatile ਹੈ, ਉਹਦੇ ਪ੍ਰਾਈਸ ਨਾ ਬਹੁਤ ਛੇਤੀ ਚੇਂਜ ਹੁੰਦੇ ਆ, ਉਹਨਾਂ ਨੂੰ ਤੁਸੀਂ ਹਟਾ ਦਿਓ। ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਟੇਬਲ ਤਰੀਕੇ ਨਾਲ ਇੰਕਰੀਜ਼ ਕਰਦੀਆਂ, ਡਿਕਰੀਜ਼ ਕਰਦੀਆਂ, ਤਾਂ ਇਟ ਇਜ਼ ਮੋਰ ਸਟੇਬਲ ਐਂਡ ਅੰਡਰਲਾਈਂਗ ਇਨਫਲੇਸ਼ਨ ਹੈਗੀ ਹੈ ਇਹ। बी ऑप्शन बिल्कुल सही है। इट इज द सडन इंक्रीज इन प्राइस ऑफ सर्टेन फूड आइटम्स, नहीं होता फूड इन्फ्लेशन होता है। सीपीआई कंबाइंड इज नोन एज कोर इन्फ्लेशन, ना, सीपीआई कंबाइंड इज नोन एज हेडलाइन इन्फ्लेशन। तो ये भी गलत हो गया, ये भी गलत है, ये भी गलत है, और आंसर इज बी, ठीक है जी। चलो आगे चलते हैं। Consider the following statements with respect to Gini coefficient. Now Gini coefficient ना inequality measure ਕਰਨ ਦਾ ਤਰੀਕਾ ਹੁੰਦਾ ਹੈ, ਠੀਕ ਹੈ। ਜੇ ਤੁਸੀਂ ਚੈੱਕ ਕਰਨਾ ਹੈ ਕਿ ਕਿਸੇ ਕੰਟਰੀ ਦੇ ਵਿੱਚ ਇਨਇਕੁਆਲਿਟੀ ਕਿੰਨੀ ਹੈ ਤਾਂ ਤੁਸੀਂ ਉਸ ਕੰਟਰੀ ਦਾ Gini coefficient ਦੇਖਦੇ ਹੋ। now Gini coefficient ਦੀ ਵੈਲਿਊ ਜਿਹੜੀ ਹੁੰਦੀ ਹੈ ਨਾ ਉਹ 0 to 1 ਦੇ ਵਿੱਚ ਵੇਰੀ ਕਰਦੀ ਹੈ। ਜੇ Gini coefficient ਦੀ ਵੈਲਿਊ closer to 1 ਹੈ
1 ਦੇ ਨੇੜੇ ਹੈ ਤਾਂ ਉਸ ਕੰਟਰੀ ਦੇ ਵਿੱਚ ਇਨਇਕੁਆਲਿਟੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਇਨਇਕੁਆਲਿਟੀ ਹੈ। ਰਿਚ ਆਰ ਗੈਟਿੰਗ ਰਿਚਰ, ਪੂਅਰ ਆਰ ਗੈਟਿੰਗ ਪੂਅਰਰ। ਤੇ ਜੇ ਉਹ 0 ਦੇ ਨੇੜੇ ਆਂਦੀ ਹੈ ਵੈਲਿਊਜ਼ ਦੀ ਤਾਂ ਇਕੁਆਲਿਟੀ ਜ਼ਿਆਦਾ ਹੈ। ठीक है, ये होता है गिनी कोएफिशिएंट। नाउ द वैल्यू ऑफ गिनी कोएफिशिएंट वेरीज बिटवीन 0 and 1, एब्सोल्युटली करेक्ट, यही अपन डिस्कस किया है। हायर वैल्यू ऑफ गिनी कोएफिशिएंट व्हिच मींस टुवर्ड्स 1 indicates low wealth inequality in the region, ना सॉरी indicates low wealth inequality, ना high inequality। मैं हुणे ही दस्सिया ना कि 1 ਦੇ ਜੇ ਨੇੜੇ ਵੈਲਿਊ ਹੁੰਦੀ ਹੈ ਤਾਂ ਹਾਈ ਇਨਇਕੁਆਲਿਟੀ ਹੁੰਦੀ ਹੈ, ਗਲਤ। The concept of Gini coefficient can be used to measure both wealth inequality and income inequality। सारे टाइप ਦੀ inequality ਨੂੰ measure ਕਰਨ ਦਾ ਤਰੀਕਾ Gini coefficient ਹੈਗਾ, ਠੀਕ ਹੈ। ਇਹ wealth inequality ਵੀ measure ਕਰਦਾ ਹੈ, income inequality ਵੀ measure ਕਰਦਾ ਹੈ। ਤਾਂ ਇਹ correct statement ਹੈਗੀ ਹੈ 1 and 3 only, D। Alright, चलो आगे चलते हैं। Which of the following statements with respect to Phillips curve is are correct? Now Phillips curve ਕੀ ਹੈਗਾ, ਧਿਆਨ ਨਾਲ ਸੁਣਿਓ। जद असी इन्फ्लेशन नू अनएम्प्लॉयमेंट नाल मैप करते हैं तां सानू फिलिप्स कर्व मिलता है। तां फिलिप्स कर्व दी शेप इहो जी है। इसका मतलब की है कि जिद्दां जिद्दां इन्फ्लेशन घटदी जांदी है अनएम्प्लॉयमेंट वधदी जाऊगी, ठीक है। ज्यादा इन्फ्लेशन इंप्लॉयमेंट वास्ते सही है, ते जिद्दां जिद्दां इन्फ्लेशन वधदी जाऊगी अनएम्प्लॉयमेंट बेरोजगारी घटदी जाऊगी। फिलिप्स कर्व्स हाइपोथेसिस ਇਹ ਦੱਸਦਾ ਸਾਨੂੰ ਜਦ ਤੁਸੀਂ ਇਨਫਲੇਸ਼ਨ ਘਟਾ ਦਿੰਦੇ ਹੋ ਨਾ ਅਨਇੰਪਲੋਇਮੈਂਟ ਵੱਧ ਜਾਂਦੀ ਹੈ, ਜੇ ਤੁਸੀਂ ਇਨਫਲੇਸ਼ਨ ਵਧਾ ਦਿੰਦੇ ਹੋ ਅਨਇੰਪਲੋਇਮੈਂਟ ਬੇਰੋਜ਼ਗਾਰੀ ਘਟ ਜਾਂਦੀ ਹੈ, ਠੀਕ ਹੈ ਨਾ। ਇਹ ਸ਼ੇਪ ਹੈਗੀ ਹੈ ਫਿਲਿप्स कर्व ਦੀ, ਠੀਕ ਹੈ। ਹੁਣ ਅਸੀਂ ਸਵਾਲ ਦੇਖਦੇ ਹਾਂ। द कर्व हैज एन इन्वर्टेड यू शेप, ਨਾ ਜੀ ਇਨਵਰਟਡ ਯੂ ਸ਼ੇਪ ਦਾ ਮਤਲਬ ਹੁੰਦਾ ਹੈ ਇਹ कर्व ਦੀ ਸ਼ੇਪ ਤਾਂ ਡਾਊਨਵਰਡ ਸਲੋਪਿੰਗ ਹੈ, ਇਨਵਰਟਡ ਯੂ ਤਾਂ ਹੈਗੀ ਨਹੀਂ, ਤਾਂ ਠੀਕ ਹੈ ਪਹਿਲੀ ਸਟੇਟਮੈਂਟ ਗਲਤ ਹੈ। It maps the relationship between inflation and unemployment, बिल्कुल सही। Inflation ते unemployment का relation दस रहा Phillips curve। The phenomenon of stagflation goes contrary to Phillips curve hypothesis। Stagflation का मतलब पता की होता है? Stagflation वो situation होती है जब इकोनॉमी दी GDP घट रही है, ठीक है, उस दे नाल unemployment वध रही है ते inflation भी वधी हुई है, ठीक है। इसनू असी स्टैगफ्लेशन कहते हैं। स्टैगफ्लेशन दे विच इकोनॉमी स्टैगनेंट है, अनएम्प्लॉयमेंट ज्यादा है ते इन्फ्लेशन भी ज्यादा है। ये वो सिचुएशन है जिस दे विच इन्फ्लेशन ते अनएम्प्लॉयमेंट इकट्ठे ही ज्यादा हो रखे हैं। पर फिलिप्स कर्व तां कहंदा पुट्ठा हुंदा है। फिलिप्स कर्व की कहंदा है कि जब इन्फ्लेशन ज्यादा हुंदी है अनएम्प्लॉयमेंट घटदी है, ते इन्फ्लेशन घट हुंदी है अनएम्प्लॉयमेंट वधदी है। स्टैगफ्लेशन दे विच दोनों ही वधी हुई है, ਤਾਂ ਇਸੇ ਕਰਕੇ stagflation is an exception to Phillips curve, it goes contrary to Phillips curve। ਇਹ against ਜਾ ਰਿਹਾ Phillips curve ਦੇ, ਬਿਲਕੁਲ ਸਹੀ, ਠੀਕ ਹੈ। ਤਾਂ ਇਸ ਕੁਐਸਚਨ ਦਾ ਆਨਸਰ ਸਾਡਾ ਬਣਦਾ ਹੈ B 2 and 3, ਠੀਕ ਹੈ। ਚਲੋ ਇਸ ਦੇ ਰਾਹੀਂ ਤੁਹਾਡਾ ਪੂਰਾ ਇਨਫਲੇਸ਼ਨ ਦਾ ਟੌਪਿਕ ਤੇ ਜੀਡੀਪੀ ਦਾ ਟੌਪਿਕ ਰਿਵਾਈਜ਼ ਹੋ ਜਾਊਗਾ, ਧਿਆਨ ਨਾਲ ਸੁਣਦੇ ਜਾਓ। ਨੈਕਸਟ, which of the following organization releases housing price index called Residex? देखो ਅਸੀਂ ਇਨਫਲੇਸ਼ਨ ਮੈਜ਼ਰ ਕਰਦੇ ਹਾਂ, ਗੁੱਡਸ ਦੇ ਵਿੱਚ ਇਨਫਲੇਸ਼ਨ ਮੈਜ਼ਰ ਕਰਦੇ ਹਾਂ, ਸਰਵਿਸਿਜ਼ ਦੇ ਵਿੱਚ ਸਰਵਿਸਿਜ਼ ਦੇ ਵਿੱਚ ਇਨਫਲੇਸ਼ਨ ਮੈਜ਼ਰ ਕਰਦੇ ਹਾਂ, ਬਟ ਹਾਊਸਿੰਗ ਪ੍ਰਾਈਸਿਸ ਦੇ ਵਿੱਚ ਵੀ ਇਨਫਲੇਸ਼ਨ ਮੈਜ਼ਰ ਕਰਨੀ ਜ਼ਰੂਰੀ ਹੈ ਕਿ ਘਰ ਖਰੀਦਣਾ ਕਿੰਨਾ ਸੌਖਾ ਹੈ ਕਿੰਨਾ ਔਖਾ ਹੈ, ਹਾਊਸਿੰਗ ਪ੍ਰਾਈਸਿਸ ਕਿੰਨੇ ਵੱਧ ਰਹੇ ਹੈ ਘਟ ਰਹੇ ਹੈ। ਤਾਂ ਉਹਦੇ ਲਈ ਹਾਊਸਿੰਗ ਪ੍ਰਾਈਸਿਸ ਨੂੰ ਟਰੈਕ ਕਰਨ ਲਈ ਅਸੀਂ ਕੱਢਦੇ ਹਾਂ ਇੱਕ ਇੰਡੈਕਸ ਜਿਸ ਦਾ ਨਾਮ ਹੈ ਰੈਜ਼ੀਡੈਕਸ। ਜਿੱਦਾਂ ਸਾਰੇ ਗੁੱਡਸ ਐਂਡ ਸਰਵਿਸਿਜ਼ ਦੇ ਪ੍ਰਾਈਸਿਸ ਨੂੰ ਟਰੈਕ ਕਰਨ ਲਈ ਅਸੀਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਕੱਢਦੇ ਹਾਂ, ਹਾਊਸਿੰਗ ਪ੍ਰਾਈਸਿਸ ਅਲੋਨ ਨੂੰ ਅਸੀਂ ਜੇ ਟਰੈਕ ਕਰਨਾ ਤਾਂ ਅਸੀਂ ਰੈਜ਼ੀਡੈਕਸ ਕੱਢਦੇ ਹਾਂ। ਨਾ ਰੈਜ਼ੀਡੈਕਸ ਕਿਹੜੀ ਆਰਗੇਨਾਈਜੇਸ਼ਨ ਕੱਢਦੀ ਹੈ? ਰੈਜ਼ੀਡੈਕਸ ਕੱਢਦੀ ਹੈ ਨੈਸ਼ਨਲ ਹਾਊਸਿੰਗ ਬੈਂਕ। National Housing Bank is responsible for releasing Residex, and Residex actually checks prices of houses in 50 cities, ठीक है। तो इस क्वेश्चन का आंसर था C है। Next, which of the following statements regarding Indian economy is incorrect? Indian economy दे 4 statement दिती हुई है, ये 4 statement चों केड़ी statement गलत है, ठीक है। नंबर 1, इंडिया इज मेनली कंजम्पशन ड्रिवन इकोनॉमी, बिल्कुल सही। देखो ਤੁਹਾਡੀ ਇਕਨੋਮੀ ਜਿਹੜੀ ਹੈਗੀ ਹੈ ਉਸ ਨੂੰ ਡਰਾਈਵ ਕਰਨ ਦੇ 4 ਸੋਰਸਸ ਹੁੰਦੇ ਆ, ਇਕਨੋਮੀ ਨੂੰ ਚਲਾਉਣ ਲਈ 4 ਸੋਰਸਸ ਹੈਗੇ ਆ। ਇੱਕ ਤਾਂ ਕੰਜ਼ੰਪਸ਼ਨ ਐਕਸਪੈਂਡੀਚਰ, ਦੂਜਾ ਇਨਵੈਸਟਮੈਂਟ, ਤੀਜਾ ਸਰਕਾਰ ਵੀ ਖਰਚੇ ਕਰਕੇ ਇਕਨੋਮੀ ਨੂੰ ਚਲਾਉਂਦੀ ਹੈ, ਤੇ ਚੌਥਾ ਹੈਗਾ ਐਕਸਪੋਰਟਸ, ठीक है।
ਜਿੱਦਾਂ ਚਾਈਨਾ ਹੈ ਨਾ, ਚਾਈਨਾ ਦੇ ਵਿੱਚ ਚਾਈਨਾ ਦੀ ਜੀਡੀਪੀ ਪਤਾ ਕਿਉਂ ਵੱਧ ਰਹੀ ਹੈ? ਬਿਕੋਜ਼ ਚਾਈਨਾ ਦੇ ਵਿੱਚ ਇਨਵੈਸਟਮੈਂਟ ਬਹੁਤ ਜ਼ਿਆਦਾ ਹੈਗੀ ਹੈ, ਠੀਕ ਹੈ। ਇਨਵੈਸਟਮੈਂਟ ਦਾ ਜ਼ਿਆਦਾ ਰੋਲ ਹੈ ਚਾਈਨਾ ਦੀ ਜੀਡੀਪੀ ਨੂੰ ਵਧਾਉਣ ਦਾ। ਇੰਡੀਆ ਦੇ ਵਿੱਚ ਇੰਡੀਆ ਦੀ ਜੀਡੀਪੀ ਨੂੰ ਸਭ ਤੋਂ ਜ਼ਿਆਦਾ ਅੱਗੇ ਵਧਾ ਰਿਹਾ ਹੈ ਕੰਜ਼ੰਪਸ਼ਨ। ਤਾਂ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਇੰਡੀਆ ਇਜ਼ ਮੇਜਰਲੀ ਕੰਜ਼ੰਪਸ਼ਨ ਡਰਿਵਨ ਇਕਨੋਮੀ। ਇਸ ਦਾ ਮਤਲਬ ਕੀ ਹੈ ਕਿ ਇਹ ਚਾਰ ਜਿਹੜੇ ਡਰਾਈਵਰਸ ਹਨ ਜਿਹੜੇ ਇੰਡੀਅਨ ਇਕਨੋਮੀ ਨੂੰ ਡਰਾਈਵ ਕਰ ਰਹੇ ਹਨ, ਠੀਕ ਹੈ, ਇਹਨਾਂ ਚਾਰਾਂ ਚੋਂ ਸਭ ਤੋਂ ਵੱਧ ਰੋਲ ਕੰਜ਼ੰਪਸ਼ਨ ਦਾ ਹੈਗਾ, ਠੀਕ ਹੈ। ਚਾਈਨਾ ਦੇ ਵਿੱਚ ਸਭ ਤੋਂ ਵੱਧ ਰੋਲ ਇਨਵੈਸਟਮੈਂਟ ਦਾ ਹੈ, ਤਾਂ ਇਸੇ ਕਰਕੇ ਚਾਈਨਾ ਨੂੰ ਅਸੀਂ ਕਹਿੰਦੇ ਇਨਵੈਸਟਮੈਂਟ ਡਰਿਵਨ ਇਕਨੋਮੀ ਹੈ। ਇੰਡੀਆ ਦੇ ਵਿੱਚ ਸਭ ਤੋਂ ਵੱਧ ਰੋਲ ਕੰਜ਼ੰਪਸ਼ਨ ਦਾ ਹੈ, ਇਸੇ ਕਰਕੇ ਅਸੀਂ ਇੰਡੀਆ ਨੂੰ ਕੰਜ਼ੰਪਸ਼ਨ ਡਰਿਵਨ ਇਕਨੋਮੀ ਆਖਦੇ ਹਾਂ। ਤਾਂ ਇਸੇ ਕਰਕੇ ਇਹ ਸਟੇਟਮੈਂਟ ਸਹੀ ਹੈ। ਟਰਸ਼ਰੀ ਸੈਕਟਰ ਕੀ ਹੁੰਦਾ? ਸਰਵਿਸਿਜ਼ ਸੈਕਟਰ। ਦੇਖੋ, ਪ੍ਰਾਇਮਰੀ ਸੈਕਟਰ ਹੈਗਾ ਐਗਰੀਕਲਚਰ, ਇੰਡਸਟਰੀਅਲ ਸੈਕਟਰ ਹੈਗਾ ਆਪਣਾ ਸੈਕੰਡਰੀ ਸੈਕਟਰ, ਤੇ ਟਰਸ਼ਰੀ ਸੈਕਟਰ ਹੈਗਾ ਸਰਵਿਸਿਜ਼ ਸੈਕਟਰ। ਸਰਵਿਸਿਜ਼ ਸੈਕਟਰ ਇਜ਼ ਦ ਮੋਸਟ ਡੋਮੀਨੈਂਟ ਸੈਕਟਰ ਇਨ ਟਰਮਸ ਆਫ ਕੰਟਰੀਬਿਊਸ਼ਨ ਟੂ ਜੀਡੀਪੀ। ਯੈਸ, ਪੂਰੇ ਇੰਡੀਆ ਦੀ ਜੀਡੀਪੀ ਦੇ ਵਿੱਚ ਸਭ ਤੋਂ ਵੱਧ ਰੋਲ ਸਰਵਿਸਿਜ਼ ਦਾ ਹੈ, ਉਸ ਤੋਂ ਬਾਅਦ ਇੰਡਸਟਰੀਅਲ ਸੈਕਟਰ ਦਾ ਹੈ, ਸਭ ਤੋਂ ਘੱਟ ਰੋਲ ਐਗਰੀਕਲਚਰ ਦਾ ਹੈ। ਤਾਂ ਇਹ ਸਟੇਟਮੈਂਟ ਵੀ ਕਰੈਕਟ ਹੈ। Indian economy's sovereign credit rating is low because of very high levels of unsustainable debt. ਇੰਡੀਆ ਦੀ ਨਾ ਰੇਟਿੰਗ ਜਿਹੜੀ ਕੁਝ ਆਪਣੀ ਆਰਗੇਨਾਈਜੇਸ਼ਨਸ ਹੁੰਦੀਆਂ ਜਿਹੜੀ ਕੰਟਰੀਜ਼ ਨੂੰ ਰੇਟਿੰਗਸ ਦਿੰਦੀਆਂ, ਠੀਕ ਹੈ। ਤੇ ਜਿੱਦਾਂ ਮੂਡੀਜ਼ ਹੋ ਗਿਆ, ਫਿਚ ਹੋ ਗਿਆ, ਇੰਡੀਆ ਨੂੰ AAA+, BBB-, BB+, ਇਦਾਂ ਦੀ ਰੇਟਿੰਗਸ ਦਿੰਦੀਆਂ। ਤਾਂ ਇੰਡੀਆ ਦੀ ਰੇਟਿੰਗ ਨਾ ਘੱਟ ਹੈਗੀ ਹੈ। ਤਾਂ ਉਸਦਾ ਰੀਜ਼ਨ ਕੀ ਹੈ? ਤਾਂ ਇਹ ਸਟੇਟਮੈਂਟ ਜਿਹੜੀ ਹੈਗੀ ਉਹ ਕਹਿ ਰਹੀ ਹੈ ਕਿ ਇੰਡੀਆ ਦੀ ਰੇਟਿੰਗ ਘੱਟ ਇਸੇ ਕਰਕੇ ਹੈ ਕਿਉਂਕਿ ਇੰਡੀਆ ਦੇ ਉੱਤੇ ਬਹੁਤ ਜ਼ਿਆਦਾ ਡੈਟ ਹੈ। ਪਰ ਇਹ ਸਟੇਟਮੈਂਟ ਗਲਤ ਹੈ। ਇੰਡੀਆ ਦੀ ਰੇਟਿੰਗ ਨਾ ਕੁਝ ਹੋਰ ਕਾਰਨਾਂ ਕਰਕੇ ਘੱਟ ਹੈਗੀ ਹੈ। ਇੰਡੀਆ ਦੇ ਉੱਤੇ ਅਨਸਸਟੇਨੇਬਲ ਡੈਟ ਨਹੀਂ ਹੈ। ਜੇ ਇੰਡੀਆ ਦੇ ਉੱਤੇ ਅਨਸਸਟੇਨੇਬਲ ਡੈਟ ਹੁੰਦਾ ਤਾਂ ਇੰਡੀਆ ਦਾ ਵੀ ਉਹੀ ਹਾਲ ਹੁੰਦਾ ਜਿੱਦਾਂ ਜਿਹੜਾ ਸ਼੍ਰੀਲੰਕਾ ਦਾ ਹੋ ਗਿਆ, ਜਿਹੜਾ ਪਾਕਿਸਤਾਨ ਦਾ ਹੋ ਗਿਆ, ਹਨਾ, ਜਿਹੜਾ ਬੰਗਲਾਦੇਸ਼ ਦਾ ਵੀ ਹੋਣ ਜਾ ਰਿਹਾ ਹੈ। ਸ਼੍ਰੀਲੰਕਾ ਦਾ ਤੁਸੀਂ ਜਾਣਦੇ ਹੋ ਕੀ ਹਾਲ ਹੋ ਚੁੱਕਿਆ ਹੈ। ਜੇ ਇੰਡੀਆ ਦੇ ਉੱਤੇ ਵੀ ਅਨਸਸਟੇਨੇਬਲ ਡੈਟ ਹੁੰਦਾ ਤਾਂ ਇੰਡੀਆ ਵੀ ਸ਼੍ਰੀਲੰਕਾ ਬਣ ਜਾਂਦਾ, ਕੁਝ ਟਾਈਮ ਦੀ ਗੱਲ ਸੀਗੀ, ਠੀਕ ਹੈ। ਬਟ ਇੰਡੀਆ ਦੇ ਉੱਤੇ ਅਨਸਸਟੇਨੇਬਲ ਡੈਟ ਨਹੀਂ ਹੈ। ਇਨਫੈਕਟ ਮੈਨੀ ਇਕੋਨੋਮਿਸਟ ਆਲ ਓਵਰ ਦ ਵਰਲਡ ਪ੍ਰੇਜ਼ ਇੰਡੀਆ ਕਿ ਇੰਡੀਆ ਦੇ ਉੱਤੇ ਡੈਟ ਜ਼ਿਆਦਾ ਹੈਗਾ ਨਹੀਂ। ਤਾਂ ਇਸੇ ਕਰਕੇ ਸਟੇਟਮੈਂਟ ਗਲਤ ਹੋ ਜਾਂਦੀ ਹੈ ਬਿਕੋਜ਼ ਇੰਡੀਆ ਡਜ਼ ਨਾਟ ਹੈਵ ਵੈਰੀ ਹਾਈ ਲੈਵਲਸ ਆਫ ਅਨਸਸਟੇਨੇਬਲ ਡੈਟ। ਇੰਡੀਆ ਦੀ ਸੋਵਰਨ ਕ੍ਰੈਡਿਟ ਰੇਟਿੰਗ ਘੱਟ ਹੈਗੀ ਹੈ ਪਰ ਕੁਝ ਹੋਰ ਕਾਰਨਾਂ ਕਰਕੇ ਘੱਟ ਹੈਗੀ ਹੈ, ਨਾਟ ਬਿਕੋਜ਼ ਆਫ ਅਨਸਸਟੇਨੇਬਲ ਡੈਟ, ਠੀਕ ਹੈ। ਇਸੇ ਕਰਕੇ ਦਿਸ ਸਟੇਟਮੈਂਟ ਇਜ਼ ਫਾਲਸ। Since 1991, Indian economy's degree of openness has been considerably enhanced. बिल्कुल सही। Degree of openness ਦਾ ਮਤਲਬ ਪਤਾ ਕੀ ਹੈ ਕਿ ਤੁਹਾਡੀ ਇਕਨੋਮੀ ਕਿੰਨੀ ਜੁੜੀ ਹੋਈ ਹੈ ਗਲੋਬਲ ਇਕਨੋਮੀ ਨਾਲ। ਨਾ 1991 ਤੋਂ ਪਹਿਲਾਂ ਸਾਡੀ ਇਕਨੋਮੀ ਕਲੋਜ਼ ਸੀਗੀ, ਪਰ 1991 ਦੇ ਵਿੱਚ ਕੀ ਹੋਇਆ? LPG ਤੁਸੀਂ ਸੁਣਿਆ ਹੀ ਹੋਣਾ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਤੇ G stands for globalization। Globalization ਦਾ ਮਤਲਬ ਹੀ ਇਹ ਹੈ ਕਿ ਇੰਡੀਅਨ ਇਕਨੋਮੀ ਇਜ਼ ਲਿੰਕਿੰਗ ਇਟਸੈਲਫ ਵਿਦ ਗਲੋਬਲ ਇਕਨੋਮੀ। ਤਾਂ 1991 ਦੇ ਬਾਅਦ ਹੀ ਇੰਡੀਆ ਓਪਨ ਹੋਇਆ, ਤਾਂ ਡਿਗਰੀ ਆਫ ਓਪਨਨੈਸ ਤਾਂ ਵਧਣਾ ਹੀ ਸੀ। ਤਾਂ ਦਿਸ ਸਟੇਟਮੈਂਟ ਇਜ਼ ਕਰੈਕਟ। ਗਲਤ ਕਿਹੜੀ ਸਟੇਟਮੈਂਟ ਹੈ? C। ਆਨਸਰ ਇਜ਼ C। ਆਲਰਾਈਟ, ਚਲੋ ਨੈਕਸਟ ਕੁਐਸਚਨ। Which of the following is likely to be most inflationary in its effect? ਮਤਲਬ ਇਹ ਚਾਰ ਆਪਸ਼ਨਸ ਚੋਂ ਕਿਹੜੀ ਆਪਸ਼ਨ ਨਾਲ ਸਭ ਤੋਂ ਵੱਧ ਇਨਫਲੇਸ਼ਨ ਹੋਣੀ ਹੈ? ਮੋਸਟ ਇਨਫਲੇਸ਼ਨਰੀ। ਇਹ ਚਾਰਾਂ ਨਾਲ ਇਨਫਲੇਸ਼ਨ ਹੋ ਸਕਦੀ ਹੈ ਬਟ ਇਹ ਚਾਰਾਂ ਚੋਂ ਤੁਸੀਂ ਚੂਜ਼ ਕਰਨਾ ਹੈ ਇਹੋ ਜਿਹੀ ਆਪਸ਼ਨ ਜਿਹੜੀ ਸਭ ਤੋਂ ਵੱਧ ਇਨਫਲੇਸ਼ਨ ਕਰੂਗੀ। ਨੰਬਰ 1, ਰੀਪੇਮੈਂਟ ਆਫ ਪਬਲਿਕ ਡੈਟ, ਨਾ। ਬੋਰੋਇੰਗ ਫਰਮ ਪਬਲਿਕ ਟੂ ਫਾਈਨੈਂਸ ਅ ਬਜਟ ਡੈਫਿਸਿਟ, ਇਨਫਲੇਸ਼ਨ ਕਰੂਗੀ ਇਹ ਪਰ ਨਾਟ ਮੋਸਟ। ਬੋਰੋਇੰਗ ਫਰਮ ਬੈਂਕਸ ਟੂ ਫਾਈਨੈਂਸ ਅ ਬਜਟ ਡੈਫਿਸਿਟ, ਨਾ। ਪ੍ਰਿੰਟਿੰਗ ਨਿਊ ਮਨੀ ਟੂ ਫਾਈਨੈਂਸ ਅ ਬਜਟ ਡੈਫਿਸਿਟ, ਬਿਲਕੁਲ। ਬਿਕੋਜ਼ ਜਦ ਤੁਸੀਂ ਨਵੀਂ ਕਰੰਸੀ ਪ੍ਰਿੰਟ ਕਰਦੇ ਹੋ ਤਾਂ ਮਨੀ ਸਪਲਾਈ ਵੱਧ ਜਾਂਦੀ ਹੈ, ਤੇ ਜਦ ਮਨੀ ਸਪਲਾਈ ਵੱਧਦੀ ਹੈ ਤਾਂ ਇਨਫਲੇਸ਼ਨ ਤਾਂ ਹੋਣੀ ਹੈ, ਤੇ ਸਭ ਤੋਂ ਵੱਧ ਇਨਫਲੇਸ਼ਨ ਹੋਣੀ ਹੈ। ਤਾਂ B, C ਵੀ ਇਨਫਲੇਸ਼ਨ ਕਰਨਗੇ, ਆਪਸ਼ਨ B ਤੇ ਆਪਸ਼ਨ C ਵੀ ਇਨਫਲੇਸ਼ਨ ਕਰਨਗੇ, ਪਰ ਸਭ ਤੋਂ ਵੱਧ ਇਨਫਲੇਸ਼ਨ ਹੋਣੀ ਹੈ ਆਪਸ਼ਨ D ਨਾਲ, ਪ੍ਰਿੰਟਿੰਗ ਆਫ ਨਿਊ ਕਰੰਸੀ ਨਾਲ। ਤੁਸੀਂ ਇਹ ਯਾਦ ਰੱਖਣਾ, ਜਦ ਵੀ ਕੋਈ ਕੰਟਰੀ ਬਹੁਤ ਜ਼ਿਆਦਾ ਕਰੰਸੀ ਪ੍ਰਿੰਟ ਕਰ ਦਿੰਦੀ ਹੈ ਨਾ, ਇਨਫਲੇਸ਼ਨ ਸਕਾਈ ਰॉकेट ਕਰ ਜਾਂਦੀ ਹੈ, ਠੀਕ ਹੈ। ਸੋ D ਆਪਸ਼ਨ ਵੁੱਡ ਬੀ ਮੋਸਟ ਇਨਫਲੇਸ਼ਨਰੀ, ठीक है जी। चलो आगे चलते हैं। Which of the following statements are true? Law of demand holds true for normal goods. First of all, you need to know कि law of demand की है। तो law of demand की कहता है कि किसी भी गुड की डिमांड हैगी है जिहड़ी that is inversely proportional to price of that good। किसी गुड का जे प्राइस ज्यादा है तो उसकी डिमांड घट होनी है, तो जे उसका प्राइस घट है तो उसकी डिमांड ज्यादा होनी है। तो लॉ ऑफ डिमांड तो यही कहता है ना। लॉ ऑफ डिमांड होल्ड्स ट्रू फॉर नॉर्मल गुड्स, बिल्कुल सही है। नॉर्मल गुड्स ਜਿਹੜੇ ਹੈਗੇ ਉਹਨਾਂ ਦੇ ਵਿੱਚ ਤਾਂ लॉ ऑफ डिमांड होल्ड ट्रू करता है, इनवर्स रिलेशन हैगा।
ਬਟ ਇੱਕ ਹੋਰ ਕੈਟੇਗਰੀ ਦੇ ਗੁੱਡਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੈਬਲਨ ਗੁੱਡਸ। ਵੈਬਲਨ ਗੁੱਡਸ ਹੁੰਦੇ ਆ ਸਟੇਟਸ ਸਿੰਬਲ ਵਾਲੇ ਗੁੱਡਸ, ਜਿਨ ਗੁੱਡਸ ਨੂੰ ਤੁਸੀਂ ਖਰੀਦਦੇ ਹੋ ਬਿਕੋਜ਼ ਯੂ ਵਾਂਟ ਟੂ ਐਨਹਾਂਸ ਯੋਰ ਸਟੇਟਸ। ਠੀਕ ਹੈ, ਨਾਓ ਸਟੇਟਸ ਸਿੰਬਲ ਵਾਲੇ ਜਿਹੜੇ ਗੁੱਡਸ ਹੁੰਦੇ ਆ ਨਾ, ਉਹਨਾਂ ਦੀ ਡਿਮਾਂਡ ਵੱਧਦੀ ਹੈ ਉਹਨਾਂ ਦੇ ਪ੍ਰਾਈਸ ਦੇ ਨਾਲ। ਜੇ ਸਟੇਟਸ ਸਿੰਬਲ ਵਾਲੇ ਗੁੱਡਸ ਸਸਤੇ ਹੋਣਗੇ ਤਾਂ ਤੁਸੀਂ ਖਰੀਦੋਗੇ ਨਹੀਂ ਉਹਨਾਂ ਨੂੰ। ਫੋਰ ਐਗਜ਼ਾਮਪਲ ਰੋਲੈਕਸ ਦੀ ਘੜੀ, ਜਿਹੜੀ ਰੋਲੈਕਸ ਦੀ ਘੜੀ ਹੈ ਉਸਦੀ ਵੈਲਿਊ ਇਸੇ ਕਰਕੇ ਹੈ, ਉਸਦੀ ਡਿਮਾਂਡ ਹੀ ਇਸੇ ਕਰਕੇ ਹੈ ਕਿ ਉਹ ਐਲੀਟ ਦੀ ਘੜੀ ਹੈ, ਉਹ ਮਹਿੰਗੀ ਘੜੀ ਹੈ। ਠੀਕ ਹੈ, ਤੁਸੀਂ ਮਰਸੀਡੀਜ਼ ਖਰੀਦਦੇ ਹੋ, ਮਰਸੀਡੀਜ਼ ਦੀ ਵੈਲਿਊ ਕੀ ਹੈ? ਸਟੇਟਸ ਸਿੰਬਲ ਹੀ ਹੈਗਾ ਨਾ ਮਰਸੀਡੀਜ਼, ਵਰਨਾ ਗੱਡੀ ਤਾਂ ਯਾਰ ਹੋਰ ਬਥੇਰੀਆਂ ਹੈਗੀਆਂ ਜਿਹੜੀ ਮਰਸੀਡੀਜ਼ ਵਰਗੀ ਚੱਲ ਜਾਂਦੀ ਹੈ, ਪਰ ਤੁਸੀਂ ਮਰਸੀਡੀਜ਼ ਕਿਉਂ ਖਰੀਦਦੇ ਹੋ? ਬਿਕੋਜ਼ ਉਹ ਮਹਿੰਗੀ ਹੈ, ਤੁਹਾਡਾ ਸਟੇਟਸ ਵੱਧਦਾ ਉਹਨੂੰ ਖਰੀਦ ਕੇ। ਤਾਂ ਵੈਬਲਨ ਗੁੱਡਸ ਜਿਹੜੇ ਹੈਗੇ ਆ ਉਹਨਾਂ ਦੀ ਡਿਮਾਂਡ ਪ੍ਰਾਈਸ ਨਾਲ ਇੰਕਰੀਜ਼ ਕਰਦੀ ਹੈ। ਵੈਬਲਨ ਗੁੱਡਸ ਦੀ ਜਿਹੜੀ ਡਿਮਾਂਡ ਹੁੰਦੀ ਹੈ ਇਟ ਇਜ਼ ਡਾਇਰੈਕਟਲੀ ਰਿਲੇਟਡ ਟੂ ਪ੍ਰਾਈਸ। ਜੇ ਵੈਬਲਨ ਗੁੱਡਸ, ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ, ਜੇ ਤੁਸੀਂ ਮਰਸੀਡੀਜ਼ ਦਾ ਪ੍ਰਾਈਸ ਕਰ ਦੋ ਨਾ 5 ਲੱਖ, ਕੋਈ ਨਹੀਂ ਖਰੀਦੂਗਾ। ਠੀਕ ਹੈ, ਜ਼ਿਆਦਾ ਲੋਕੀ ਨਹੀਂ ਖਰੀਦਣਗੇ ਬਿਕੋਜ਼ ਮਰਸੀਡੀਜ਼ ਦਾ, ਰੋਲੈਕਸ ਦੀ ਘੜੀ ਦਾ ਜਿਹੜੀ ਡਿਮਾਂਡ ਹੈਗੀ ਹੈ ਉਹਦੇ ਪ੍ਰਾਈਸ ਕਰਕੇ ਹੈਗੀ ਹੈ, ਉਹ ਮਹਿੰਗੀ ਹੈ ਇਸੇ ਕਰਕੇ, ਕਿਉਂਕਿ ਉਹ ਸਟੇਟਸ ਸਿੰਬਲ ਗੁੱਡ ਬਣ ਜਾਂਦਾ ਹੈ। ਤੇ ਇਹ ਟਾਈਪਸ ਦੇ ਗੁੱਡਸ ਜਿਹੜੇ ਹੁੰਦੇ ਆ ਉਹਨਾਂ ਨੂੰ ਅਸੀਂ ਵੈਬਲਨ ਗੁੱਡਸ ਕਹਿੰਦੇ ਆ। ਲਾਅ ਆਫ ਡਿਮਾਂਡ ਡਸ ਨਾਟ ਹੋਲਡ ਟਰੂ ਫॉर ਵੈਬਲਨ ਗੁੱਡਸ, ਬਿਲਕੁਲ ਸਹੀ ਹੈ, ਬਿਕੋਜ਼ ਲਾਅ ਆਫ ਡਿਮਾਂਡ ਕੀ ਕਹਿੰਦਾ ਹੈ? ਇਨਵਰਸ ਰਿਲੇਸ਼ਨ ਹੈਗਾ, ਬਟ ਵੈਬਲਨ ਗੁੱਡਸ ਦੇ ਵਿੱਚ ਡਾਇਰੈਕਟ ਰਿਲੇਸ਼ਨ ਹੋ ਜਾਂਦਾ ਹੈ, ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਜਾਂਦਾ ਹੈ। ਬਿਲਕੁਲ ਸਹੀ। ਡਿਮਾਂਡ ਫॉर ਅ ਸਬਸਟੀਟਿਊਟ ਗੁੱਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਪ੍ਰਾਈਸ ਆਫ ਅਦਰ ਸਬਸਟੀਟਿਊਟ। ਮੈਂ ਹੁਣੇ ਦੱਸਿਆ ਕਿ ਇਹਦੇ ਜਿਹੜੇ ਦੋ ਪੈਨ ਹੈਗੇ ਆ, ਜੇ ਇਸ ਪੈਨ ਦਾ ਪ੍ਰਾਈਸ ਵੱਧ ਜਾਂਦਾ ਤਾਂ ਸਾਰੇ ਲੋਕੀ ਇਹਦੇ ਵੱਲ ਸ਼ਿਫਟ ਹੋ ਜਾਣਗੇ, ਹਨਾ? ਤਾਂ ਡਿਮਾਂਡ ਫॉर ਸਬਸਟੀਟਿਊਟ ਗੁੱਡ, ਇਹ ਸਬਸਟੀਟਿਊਟ ਹੈਗੇ ਦੋਨੋਂ ਗੁੱਡਸ। ਠੀਕ ਹੈ, ਇਸ ਸਬਸਟੀਟਿਊਟ ਦੀ ਡਿਮਾਂਡ ਵੱਧ ਜਾਣੀ ਹੈ ਜੇ ਇਸ ਦਾ ਪ੍ਰਾਈਸ ਵੱਧ ਜਾਂਦਾ ਹੈ। ਤਾਂ ਇਹ ਵੀ ਸਟੇਟਮੈਂਟ ਸਹੀ ਹੈ, ਤਾਂ ਆਨਸਰ ਇਜ਼ ਡੀ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਹੁਣ ਤੁਸੀਂ ਨਾ ਜਦ ਕੋਵਿਡ ਆਇਆ ਸੀ ਤਾਂ ਇਹ ਵੀ ਸ਼ੇਪਡ ਰਿਕਵਰੀ, ਜ਼ੈਡ ਸ਼ੇਪਡ ਰਿਕਵਰੀ, ਇਹਨਾਂ ਬਾਰੇ ਬਹੁਤ ਗੱਲਾਂ ਹੋ ਰਹੀਆਂ ਸੀਗੀਆਂ। ਠੀਕ ਹੈ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦੇਖੋ ਵੀ ਸ਼ੇਪਡ ਰਿਕਵਰੀ ਕੀ ਹੁੰਦੀ ਹੈ? ਜਦ ਕੋਵਿਡ ਆਇਆ ਇੰਡੀਆ ਦੀ ਇਕਨੋਮੀ ਇਦਾਂ ਚੱਲ ਰਹੀ ਸੀ ਠੀਕ ਠਾਕ, ਫਿਰ ਲੋਕਡਾਊਨ ਲੱਗਿਆ, ਇੰਡੀਆ ਦੀ ਇਕਨੋਮੀ ਗਿਰ ਗਈ। ਫਿਰ ਲੋਕਡਾਊਨ ਦੇ ਬਾਅਦ ਜਦ ਅਨਲੌਕਿੰਗ ਹੋਈ ਤਾਂ ਇੰਡੀਆ ਦੀ ਇਕਨੋਮੀ ਠੀਕ ਹੋਣ ਲੱਗ ਗਈ। ਇਸ ਨੂੰ ਅਸੀਂ ਵੀ ਸ਼ੇਪਡ ਰਿਕਵਰੀ ਕਹਿੰਦੇ ਆ। ਠੀਕ ਹੈ, ਜ਼ੈਡ ਸ਼ੇਪਡ ਰਿਕਵਰੀ ਕੀ ਹੁੰਦੀ ਹੈ? ਇੰਡੀਆ ਦੀ ਇਕਨੋਮੀ ਠੀਕ ਚੱਲ ਰਹੀ ਸੀ, ਲੋਕਡਾਊਨ ਲੱਗਿਆ ਥੱਲੇ ਗਿਰ ਗਈ, ਫਿਰ ਉਸ ਤੋਂ ਬਾਅਦ ਬਹੁਤ ਹੀ ਵਧੀਆ ਤਰੀਕੇ ਨਾਲ ਇੰਕਰੀਜ਼ ਕਰ ਗਈ, ਬਹੁਤ ਹੀ ਤੇਜ਼ੀ ਨਾਲ ਬਹੁਤ ਉੱਤੇ ਚਲੀ ਗਈ। ਠੀਕ ਹੈ, ਇਹ ਜ਼ੈਡ ਸ਼ੇਪ ਬਣ ਗਈ ਤਾਂ ਇਸ ਨੂੰ ਜ਼ੈਡ ਸ਼ੇਪਡ ਰਿਕਵਰੀ ਕਹਿੰਦੇ ਆ। ठीक है, तो पहली स्टेटमेंट देख रहे हैं। वी शेप्ड रिकवरी इज कैरेक्टराइज्ड बाय क्विक एंड सस्टेन्ड रिकवरी इन मेजर ऑफ इकोनॉमिक परफॉर्मेंस आफ्टर अ शार्प इकोनॉमिक डिक्लाइन। इकोनॉमिक डिक्लाइन हुआ, बढ़ गया, बिल्कुल सही। Z shaped recovery is the most optimistic scenario in which economy quickly rises like a phoenix। क्विकली राइज कर दिया, क्रैश होया पर क्विकली राइज करया ते बहुत ही ऊपर चला गया। ठीक है, Z शेप्ड ही सही है। U शेप्ड रिकवरी की होंदी है? इंडियन इकोनॉमी चल रही सी ठीक, लॉकडाउन लग गया पर इंडिया रिकवर नहीं कर सकिया, रिकवर हो ही नहीं रहा, थल्ले ही है, बहुत लेट और रिकवरी दिखा रहा, बहुत लेट रिकवरी हो रही है, इसनों असी यू शेप्ड कहते हैं। ठीक है, यू शेप्ड रिकवरी कंटेन्स अ पीरियड ऑफ इकोनॉमिक डाउनटर्न फॉर अ लॉन्ग पीरियड ऑफ टाइम। बिल्कुल सही। ठीक है, ते लास्ट के शेप्ड रिकवरी। के शेप्ड की होंदी है कि इंडिया की इकोनॉमी ठीक चल रही है, फिर लॉकडाउन लग गया तो कुछ सैक्टर्स तो ग्रो कर रहे हैं, कुछ सैक्टर्स थल्ले गिर गए। ठीक है, जिद्दां जद लॉकडाउन लग गया सी तो जेडे टैक सैक्टर सीगे, टैक कंपनी सीगी वो तो इंप्रूव कर रही सी, पर जेडे रेस्टोरेंट सीगे, होटल सीगे, टूरिज्म सीगा वो गिर गया, तो स्प्लिट वज जाता है इकोनॉमी दे विच। इसनूं के शेप्ड कहते हैं। के शेप्ड रिकवरी अकर्स व्हेन फॉलोइंग अ रिसेशन डिफरेंट पार्ट्स ऑफ द इकोनॉमी रिकवर्स एट डिफरेंट रेट्स, टाइम्स और मैग्नीट्यूड्स। बिल्कुल डिफरेंट हो गया, स्प्लिट वज गया, बिल्कुल सही। आंसर इज डी, ऑल स्टेटमेंट्स आर करेक्ट। ठीक है, चलो नेक्स्ट। इकोनॉमिक ग्रोथ इन अ कंट्री विल नेसेसरीली हैव टू अकर। इकोनॉमिक ग्रोथ पक्का हो इफ देयर इज टेक्निकल प्रोग्रेस इन द वर्ल्ड इकोनॉमी। जरूरी नहीं है, हो भी सकती है, नहीं भी हो सकती, क्योंकि इत्थे नेसेसरीली लिखा है। देयर इज पॉपुलेशन ग्रोथ इन कंट्री, जे तुहाडी कंट्री दी पॉपुलेशन वध जाती है जरूरी थोड़ी है कि तुहाडी इकोनॉमी इंप्रूव करोगी, बिल्कुल नहीं। देयर इज कैपिटल फॉर्मेशन, इन्वेस्टमेंट हो रही है उस कंट्री दे विच, बिल्कुल सही। वॉल्यूम ऑफ ट्रेड ग्रोज इन द वर्ल्ड इकोनॉमी, इंपोर्ट एक्सपोर्ट वध रहा है बाकी कंट्रीज दा,
ਤਾਂ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਇਕਨੋਮੀ ਵੀ ਇੰਕਰੀਜ਼ ਕਰੂਗੀ, ਠੀਕ ਹੈ ਨਾ, ਜ਼ਰੂਰੀ ਨਹੀਂ ਹੈ। ਬਟ ਇੱਥੇ ਦਾ ਜ਼ਰੂਰੀ ਹੈ ਜਦ ਤੁਹਾਡੀ ਕੰਟਰੀ ਦੇ ਵਿੱਚ ਕੈਪੀਟਲ ਫਾਰਮੇਸ਼ਨ ਹੋ ਰਹੀ ਹੈ, ਯਾਨੀ ਕਿ ਇਨਵੈਸਟਮੈਂਟ ਹੋ ਰਹੀ ਹੈ, ਤਾਂ ਇਨਵੈਸਟਮੈਂਟ ਅਸੀਂ ਕਰਿਆ ਹੈ ਨਾ ਹੁਣੇ ਥੋੜੀ ਦੇਰ ਪਹਿਲਾਂ ਕਿ ਉਹ ਤੁਹਾਡੀ ਇਕਨੋਮੀ ਨੂੰ ਡਰਾਈਵ ਕਰਦਾ, ਕੰਜ਼ੰਪਸ਼ਨ, ਇਨਵੈਸਟਮੈਂਟ, ਗਵਰਨਮੈਂਟ ਤੇ ਐਕਸਪੋਰਟ। ਤਾਂ ਇਨਵੈਸਟਮੈਂਟ ਜੇ ਵੱਧ ਰਹੀ ਹੈ ਤਾਂ ਤੁਹਾਡੀ ਇਕਨੋਮੀ ਅੱਗੇ ਹੀ ਜਾਊਗੀ, ਨੈਸੈਸਰੀਲੀ ਗਰੋਥ ਹੋਣੀ ਹੈ, ਠੀਕ ਹੈ, ਸੀ ਆਪਸ਼ਨ। ਨੈਕਸਟ, which of the following statements given below best describes cobweb phenomena? ਹੁਣ cobweb phenomena ਕੀ ਹੁੰਦਾ ਹੈ, ਧਿਆਨ ਨਾਲ ਸੁਣੋ। cobweb phenomena ਪਤਾ ਕਦੋਂ ਹੁੰਦਾ ਹੈ? ਮੰਨ ਲਓ ਪਲਸਿਸ ਦਾ ਐਗਜ਼ਾਮਪਲ ਲੈ ਲੈਣਾ ਮੈਂ, ਠੀਕ ਹੈ। ਹੋਇਆ ਕੀ ਕਿ ਇਸ ਸਾਲ ਨਾ ਪਲਸਿਸ ਦੇ ਪ੍ਰਾਈਸਿਸ ਵੱਧ ਗਏ, ਤਾਂ ਕਿਸਾਨਾਂ ਨੂੰ ਇੰਡੀਕੇਸ਼ਨ ਚਲਾ ਗਿਆ ਕਿ ਯਾਰ ਪਲਸਿਸ ਦੇ ਵਿੱਚ ਰਿਟਰਨ ਵਧੀਆ ਮਿਲਦਾ ਹੈ, ਇਸੇ ਕਰਕੇ ਅਗਲੇ ਸਾਲ ਨਾ ਮੈਂ ਪਲਸਿਸ ਉਗਾਵਾਂਗਾ, ਠੀਕ ਹੈ। ਅਗਲੇ ਸਾਲ ਸਾਰੇ ਕਿਸਾਨ, ਤਕਰੀਬਨ ਸਾਰੇ ਕਿਸਾਨ ਪਲਸਿਸ ਬੀਜ ਦਿੰਦੇ ਆ, ਦਾਲਾਂ ਬੀਜ ਦਿੰਦੇ ਆ, ਠੀਕ ਹੈ। ਫਿਰ ਅਗਲੇ ਸਾਲ ਹੁੰਦਾ ਕੀ ਹੈ ਨਾ, ਕਿਉਂਕਿ ਸਾਰੇ ਕਿਸਾਨ ਹੁਣ ਦਾਲਾਂ ਉਗਾ ਰਹੇ ਆ, ਤਾਂ ਦਾਲਾਂ ਦੀ ਨਾ ਜਿਹੜੀ ਪਲਸਿਸ ਦੀ ਸਪਲਾਈ ਹੈ ਉਹ ਵੱਧ ਜਾਂਦੀ ਹੈ। ਇੰਨੀ ਡਿਮਾਂਡ ਨਹੀਂ ਸੀਗੀ ਜਿੰਨੀ ਸਪਲਾਈ ਵੱਧ ਗਈ, ਤਾਂ ਪ੍ਰਾਈਸਿਸ ਕ੍ਰੈਸ਼ ਕਰ ਜਾਂਦੇ ਆ। ਜੇ ਪ੍ਰਾਈਸਿਸ ਕ੍ਰੈਸ਼ ਕਰ ਗਏ ਤਾਂ ਫਿਰ ਕਿਸਾਨਾਂ ਨੂੰ ਰਿਟਰਨ ਵਧੀਆ ਨਹੀਂ ਆਇਆ। ਕਿਸਾਨ ਕੀ ਸੋਚਦਾ ਕਿ ਯਾਰ ਮੈਂ ਤਾਂ ਸੋਚਿਆ ਸੀ ਕਿ ਯਾਰ ਰਿਟਰਨ ਵਧੀਆ ਆਊਗਾ, ਰਿਟਰਨ ਤਾਂ ਬਹੁਤ ਭੈੜਾ ਆਇਆ, ਅਗਲੇ ਸਾਲ ਮੈਂ ਪਲਸਿਸ ਨਹੀਂ ਉਗਾ ਰਿਹਾ। ਅਗਲੇ ਸਾਲ ਉਹ ਪਲਸਿਸ ਨਹੀਂ ਉਗਾਉਂਦੇ ਕਿਸਾਨ, ਫਿਰ ਕੀ ਹੁੰਦਾ, ਸਪਲਾਈ ਘੱਟ ਰਹਿ ਜਾਂਦੀ ਹੈ, ਡਿਮਾਂਡ ਜ਼ਿਆਦਾ ਹੁੰਦੀ ਹੈ, ਪ੍ਰਾਈਸਿਸ ਵੱਧ ਜਾਂਦੇ ਆ ਅਗਲੇ ਤੋਂ ਅਗਲੇ ਸਾਲ। ਤਾਂ ਕਿਸਾਨ ਸੋਚਦਾ ਯਾਰ ਜਦ ਮੈਂ ਉਗਾਉਣਾ ਪਲਸਿਸ ਤਾਂ ਪ੍ਰਾਈਸਿਸ ਘੱਟ ਹੁੰਦੇ ਆ, ਜਦ ਮੈਂ ਨਹੀਂ ਉਗਾਉਂਦਾ ਤਾਂ ਪ੍ਰਾਈਸਿਸ ਵੱਧ ਜਾਂਦੇ ਆ। ਇਸ ਨੂੰ ਅਸੀਂ ਕਹਿੰਦੇ ਆ cobweb phenomena, ਠੀਕ ਹੈ। ਨਾਓ cobweb phenomena ਕੀ ਹੈ? An economic phenomena in which price of a product rises due to faulty producer expectation। ਬਿਲਕੁਲ ਸਹੀ, faulty ਕਿਸਾਨਾਂ ਦੀ ਐਕਸਪੈਕਟੇਸ਼ਨ ਕਰਕੇ ਹੀ ਤਾਂ ਹੋ ਰਿਹਾ ਹੈ। Situation where a farmer is caught in a vicious cycle of debt, ਨਾ ਇਹ debt ਦੇ ਨਾਲ related ਹੀ ਨਹੀਂ ਹੈ। Economic policy paralysis where manufacturing activity is stagnant after certain level, ਨਾ, none of the above ਨਹੀਂ। Option is A, ਇਸ ਨੂੰ ਵੀ ਅਸੀਂ cobweb phenomena ਆਖਦੇ ਹਾਂ, ਠੀਕ ਹੈ ਜੀ। Next, India adopted system of national accounts in the year 2015। ਇੰਡੀਆ ਨੇ ਨਾ 2015 ਦੇ ਵਿੱਚ ਚੇਂਜਸ ਕੀਤੇ ਸੀ ਜੀਡੀਪੀ ਮੈਥਡੋਲੋਜੀ ਦੇ ਵਿੱਚ, ਕਿ ਜੀਡੀਪੀ ਕਿੱਦਾਂ ਕੈਲਕੂਲੇਟ ਕਰਨੀ ਹੈ, ਉਸਦੀ ਜਿਹੜੀ ਮੈਥਡੋਲੋਜੀ ਹੈ, ਮੈਥਡੋਲੋਜੀ ਦੇ ਵਿੱਚ ਚੇਂਜਸ ਕੀਤੇ ਸੀ ਇੰਡੀਅਨ ਗਵਰਨਮੈਂਟ ਨੇ 2015 ਦੇ ਵਿੱਚ। ਉਹਨਾਂ ਚੇਂਜਸ ਨੂੰ ਅਸੀਂ ਕਹਿੰਦੇ ਸਿਸਟਮ ਆਫ ਨੈਸ਼ਨਲ ਅਕਾਊਂਟਸ, ਠੀਕ ਹੈ। by bringing a few changes in its GDP estimation methodology, which of the following is not a change brought in by India? ਠੀਕ ਹੈ, ਬਹੁਤ ਸਾਰੇ ਚੇਂਜਸ ਕੀਤੇ ਸੀ। ਇਹ ਚਾਰਾਂ ਆਪਸ਼ਨਸ 'ਚ ਕਿਹੜਾ ਚੇਂਜ ਇੰਡੀਅਨ ਗਵਰਨਮੈਂਟ ਨੇ ਨਹੀਂ ਕਰਿਆ? ਇੰਡੀਆ ਨਾਓ ਕੈਲਕੂਲੇਟਸ ਇਟਸ GDP ਔਨ ਮਾਰਕੀਟ ਪ੍ਰਾਈਸ, ਬਿਲਕੁਲ ਇਹ ਚੇਂਜ ਸੀਗਾ। ਇੰਡੀਆ ਚੇਂਜ ਦ ਬੇਸ ਈਅਰ ਫॉर ਰੀਅਲ GDP ਐਸਟੀਮੇਸ਼ਨ ਟੂ 2011-12, ਬਿਲਕੁਲ ਸਹੀ। ਸਾਡਾ ਬੇਸ ਈਅਰ ਪਹਿਲਾਂ ਸੀਗਾ 2004-5, ਹੁਣ ਹੋ ਚੁੱਕਿਆ ਹੈ 2011-12, ਤੇ 2011-12 ਦਾ ਚੇਂਜ 2015 ਦੇ ਵਿੱਚ ਅੰਡਰ SNA ਕੀਤਾ ਸੀ ਅਸੀਂ। For sectoral comparison, India uses gross value added, which is calculated at factor cost। ਨਾ, GVA ਅਸੀਂ factor cost ਤੇ ਨਹੀਂ ਕੈਲਕੂਲੇਟ ਕਰਦੇ, GVA ਅਸੀਂ ਕੈਲਕੂਲੇਟ ਕਰਦੇ ਆ ਬੇਸਿਕ ਪ੍ਰਾਈਸ ਤੇ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਿੰਨ ਤਰ੍ਹਾਂ ਦੇ ਪ੍ਰਾਈਸਿਸ ਹੁੰਦੇ ਆ, ਇੱਕ ਹੁੰਦੀ ਹੈ ਫੈਕਟਰ ਕਾਸਟ, ਇੱਕ ਹੁੰਦਾ ਬੇਸਿਕ ਪ੍ਰਾਈਸ, ਤੇ ਤੀਜਾ ਹੁੰਦਾ ਮਾਰਕੀਟ ਪ੍ਰਾਈਸ। ਜਿਹੜੀ ਸਾਡੀ GDP ਹੈਗੀ ਹੈ ਉਹ ਅਸੀਂ ਮਾਰਕੀਟ ਪ੍ਰਾਈਸ ਤੇ ਕੈਲਕੂਲੇਟ ਕਰਦੇ ਹਾਂ। ਜਿਹੜੀ ਸਾਡੀ GVA ਹੈਗੀ ਹੈ ਗ੍ਰੋਸ ਵੈਲਿਊ ਐਡਡ, ਉਹ ਅਸੀਂ ਬੇਸਿਕ ਪ੍ਰਾਈਸ ਤੇ ਕੈਲਕੂਲੇਟ ਕਰਦੇ ਹਾਂ। ਤਾਂ ਇਹ ਸਟੇਟਮੈਂਟ ਗਲਤ ਹੋ ਜਾਂਦੀ ਹੈ। ਸਾਡੇ ਤੋਂ ਪੁੱਛਿਆ ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਚੇਂਜ, ਆਨਸਰ ਕਿਹੜਾ ਬਣਦਾ ਆਪਣਾ? C, ਠੀਕ ਹੈ ਜੀ। चलो नेक्स्ट क्वेश्चन, अरेंज द फॉलोइंग सेक्टर्स एज पर देयर शेयर इन GVA in Indian economy during financial year 20 in descending order। ਇਹ ਤਿੰਨ ਸੈਕਟਰਸ ਦਿੱਤੇ ਹੋਏ हैं ਤੇ ਇੰਡੀਆ ਦੀ ਗ੍ਰੋਸ ਵੈਲਿਊ ਐਡਡ ਟੋਟਲ GVA ਦੇ ਵਿੱਚ ਕਿਸ ਦਾ ਕਿੰਨਾ ਸ਼ੇਅਰ ਸੀਗਾ, ਤੁਸੀਂ ਡਿਸੈਂਡਿੰਗ ਆਰਡਰ ਦੇ ਵਿੱਚ ਲਾਣਾ, ਠੀਕ ਹੈ। ਸਭ ਤੋਂ ਵੱਧ ਕਿਸ ਦਾ ਸ਼ੇਅਰ ਸੀਗਾ, ਉਸ ਤੋਂ ਬਾਅਦ ਉਸ ਤੋਂ ਘੱਟ ਕਿਸ ਦਾ ਸੀਗਾ, ਤੇ ਉਸ ਤੋਂ ਬਾਅਦ ਸਭ ਤੋਂ ਘੱਟ ਜਿਸ ਸੈਕਟਰ ਦਾ ਸ਼ੇਅਰ ਸੀਗਾ, ਇਸ ਆਰਡਰ ਦੇ ਵਿੱਚ ਲਾਣਾ, ਠੀਕ ਹੈ। ਤੇ ਤੁਸੀਂ ਹਮੇਸ਼ਾ ਯਾਦ ਰੱਖਿਓ ਕਿ ਇੰਡੀਆ ਦੀ ਜਿਹੜੀ GDP ਹੈ GVA ਹੈ ਉਸ ਦੇ ਵਿੱਚ ਸਭ ਤੋਂ ਵੱਧ ਸ਼ੇਅਰ ਹੈਗਾ ਸਰਵਿਸਿਜ਼ ਦਾ, ਉਦੋਂ ਬਾਅਦ ਸ਼ੇਅਰ ਹੈਗਾ ਇੰਡਸਟਰੀਅਲ ਸੈਕਟਰ ਦਾ, ਤੇ ਉਦੋਂ ਬਾਅਦ ਹੈ ਐਗਰੀਕਲਚਰ ਦਾ। ਸਭ ਤੋਂ ਵੱਧ ਸ਼ੇਅਰ ਹੈ ਸਰਵਿਸਿਜ਼ ਦਾ, ਫਿਰ ਇੰਡਸਟਰੀਅਲ ਸੈਕਟਰ, ਤੇ ਐਂਡ ਦੇ ਵਿੱਚ ਐਗਰੀਕਲਚਰ ਐਂਡ ਐਲਾਈਡ ਐਕਟੀਵਿਟੀਜ਼, ਠੀਕ ਹੈ। ਤਾਂ ਜੇ ਅਸੀਂ ਡਿਕਰੀਜ਼ਿੰਗ ਆਰਡਰ ਦੇ ਵਿੱਚ ਲਾਣਾ ਹੈ ਤਾਂ 3, 1, 2 B ਆਪਸ਼ਨ, ਠੀਕ ਹੈ ਜੀ। ਚਲੋ ਅੱਗੇ ਚੱਲਦੇ। Which of the following is not an impact of very high levels of inflation? बहुत ज्यादा जो inflation हो जाए तब which of the following would not happen? ठीक है। Decline in real income levels, जे inflation ਵੱਧ ਜਾਂਦੀ ਹੈ, ਮਹਿੰਗਾਈ ਵੱਧ ਜਾਂਦੀ ਹੈ, ਤਾਂ ਲੋਕਾਂ ਦੀ
ਅਫੋਰਡੇਬਿਲਿਟੀ ਘਟ ਜਾਂਦੀ ਹੈ ਚੀਜ਼ਾਂ ਦੀ, ਹੈਨਾ। ਜੇ ਮਹਿੰਗਾਈ ਜ਼ਿਆਦਾ ਹੋ ਜਾਏ ਤਾਂ ਤੁਹਾਡੀ ਅਫੋਰਡੇਬਿਲਿਟੀ ਘਟ ਹੋਊਗੀ, ਰਾਈਟ। ਅਫੋਰਡੇਬਿਲਿਟੀ ਘਟ ਹੋਣ ਦਾ ਮਤਲਬ ਹੁੰਦਾ ਹੈ ਡਿਕਲਾਈਨ ਇਨ ਰੀਅਲ ਇਨਕਮ। ਪਹਿਲਾਂ ਮੈਂ ਇਸ ਪੈਨ ਨੂੰ ਅਫੋਰਡ ਕਰ ਸਕਦਾ ਸੀ, ਹੁਣ ਇਹ ਪੈਨ ਹੀ ਮਹਿੰਗਾ ਹੋ ਗਿਆ, ਹੁਣ ਮੇਰੀ ਅਫੋਰਡੇਬਿਲਿਟੀ ਤੋਂ ਬਾਹਰ ਹੋ ਗਿਆ ਇਹ, ਠੀਕ ਹੈ। ਇਹੀ ਹੁੰਦਾ ਇਨਫਲੇਸ਼ਨ ਨਾਲ, ਹੈ ਨਾ। ਤਾਂ ਇਸ ਦਾ ਮਤਲਬ ਕੀ ਹੁੰਦਾ, ਮੇਰੀ ਰੀਅਲ ਇਨਕਮ ਘਟ ਗਈ। ਪਹਿਲਾਂ ਮੈਂ ਅਫੋਰਡ ਕਰ ਸਕਦਾ ਸੀ, ਹੁਣ ਮੈਂ ਅਫੋਰਡ ਨਹੀਂ ਕਰ ਸਕਦਾ, ਰੀਅਲ ਇਨਕਮ ਮੇਰੀ ਘਟ ਗਈ, ਠੀਕ ਹੈ। ਬਿਲਕੁਲ ਸਹੀ ਇੰਪੈਕਟ ਹੈਗਾ। ਇੰਕਰੀਜ਼ ਇਨ ਰੀਅਲ ਇੰਟਰਸਟ ਰੇਟਸ, ਨਾ, ਰੀਅਲ ਇੰਟਰਸਟ ਰੇਟਸ ਤਾਂ ਘਟਣਗੇ, ਬਿਕੋਜ਼ ਵਾਟ ਆਰ ਰੀਅਲ ਇੰਟਰਸਟ ਰੇਟ ਕੀ ਹੁੰਦਾ, ਰੀਅਲ ਇੰਟਰਸਟ ਰੇਟ ਇਜ਼ ਇਕੁਅਲ ਟੂ ਨੋਮੀਨਲ ਇੰਟਰਸਟ ਰੇਟ ਮਾਈਨਸ ਇਨਫਲੇਸ਼ਨ। ਇਹ ਇਕੁਏਸ਼ਨ ਹੁੰਦੀ ਹੈ, ਠੀਕ ਹੈ। ਜੇ ਇਨਫਲੇਸ਼ਨ ਵੱਧ ਜੂਗੀ ਤਾਂ ਡੋਂਟ ਯੂ ਥਿੰਕ ਰੀਅਲ ਇੰਟਰਸਟ ਰੇਟ ਘੱਟ ਹੋ ਜਾਊਗਾ, ਕਿਉਂਕਿ ਮਾਈਨਸ ਹੈਗਾ ਇੱਥੇ, ਹੈ ਨਾ। ਤਾਂ ਇਹ ਗਲਤ ਹੈ। ਇਟ ਵੁੱਡ ਡਿਕਰੀਜ਼ ਦ ਰੀਅਲ ਕਾਸਟ ਆਫ ਬੋਰੋਇੰਗ, ਹਾਂ, ਬਿਕੋਜ਼ ਰੀਅਲ ਇੰਟਰਸਟ ਰੇਟ ਘੱਟ ਹੋ ਜਾਂਦਾ ਹੈ। ਇਟ ਵੁੱਡ ਪੁਸ਼ ਦ ਸੈਂਟਰਲ ਬੈਂਕ ਟੂ ਫੋਲੋ ਟਾਈਟ ਮਨੀ ਪੋਲਿਸੀ। ਟਾਈਟ ਮਨੀ ਪੋਲਿਸੀ ਦਾ ਮਤਲਬ ਕੀ ਹੈ ਕਿ ਮਨੀ ਸਪਲਾਈ ਘੱਟ ਕਰਨੀ ਹੈ, ਤਾਂ ਮਨੀ ਸਪਲਾਈ ਘੱਟ ਕਰਨੀ ਪੈਣੀ ਹੈ ਜਦ ਇਨਫਲੇਸ਼ਨ ਜ਼ਿਆਦਾ ਹੈ। ਜਦ ਇਨਫਲੇਸ਼ਨ ਜ਼ਿਆਦਾ ਹੁੰਦੀ ਹੈ ਨਾ, ਆਰਬੀਆਈ ਮਨੀ ਸਪਲਾਈ ਘੱਟ ਕਰ ਦਿੰਦਾ, ਕਿਉਂਕਿ ਉਸ ਨੂੰ ਡਿਮਾਂਡ ਘੱਟ ਕਰਨੀ ਹੈ। ਡਿਮਾਂਡ ਘੱਟ ਹੋਗੀ, ਇਨਫਲੇਸ਼ਨ ਘੱਟ ਹੋਗੀ। ਤਾਂ ਡਿਊਰਿੰਗ ਟਾਈਮਸ ਆਫ ਵੈਰੀ ਹਾਈ ਇਨਫਲੇਸ਼ਨ ਆਰਬੀਆਈ ਫੋਲੋਜ਼ ਟਾਈਟ ਮਨੀ ਪੋਲਿਸੀ। ਬਿਲਕੁਲ ਸਹੀ, ਠੀਕ ਹੈ। ਇਹ ਵੀ ਆਪਣਾ ਸਹੀ ਹੈ। ਗਲਤ ਕਿਹੜਾ ਹੈ, ਬੀ, ਠੀਕ ਹੈ ਜੀ। ਚਲੋ नेक्स्ट, which of the following types of inflation is large and accelerating? बहुत ज्यादा ते तेजी नाल चेंज एक्सेलरेट हो रहा, तेजी नाल वध रहा, ਉਹ ਜਿਹੜੀ ਇਨਫਲੇਸ਼ਨ ਹੁੰਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ, ਹਾਈਪਰ ਇਨਫਲੇਸ਼ਨ। ਹਾਈਪਰ ਇਨਫਲੇਸ਼ਨ ਇਜ਼ ਲਾਰਜ ਐਂਡ ਐਕਸਲਰੇਟਿੰਗ, ਕਿਉਂਕਿ ਜਿਹੜੀ ਸਟੈਗਫਲੇਸ਼ਨ ਹੈ ਉਹ ਮੈਂ ਦੱਸ ਚੁੱਕਿਆ, ਇਨਫਲੇਸ਼ਨ ਪਲਸ ਇਕਨੋਮਿਕ ਸਟੈਗਨੇਸ਼ਨ, दैट इज स्टैगफ्लेशन। क्रीपिंग इन्फ्लेशन इज वेरी स्लो इन्फ्लेशन। ਸਕੂਫਲੇਸ਼ਨ ਦਾ ਮਤਲਬ ਹੁੰਦਾ ਹੈ ਕਿ ਇੱਕ ਏਰੀਆ ਦੇ ਵਿੱਚ ਇਨਫਲੇਸ਼ਨ ਹੋ ਰਹੀ ਹੈ, ਬਾਕੀਆਂ ਚੀਜ਼ਾਂ ਸਸਤੀਆਂ ਹੈਗੀਆਂ। ਲਾਰਜ ਐਂਡ ਐਕਸਲਰੇਟਿੰਗ ਇਨਫਲੇਸ਼ਨ ਦਾ ਮਤਲਬ ਹਾਈਪਰ ਇਨਫਲੇਸ਼ਨ ਹੀ ਹੁੰਦਾ ਹੈ। ਇਸ ਕੁਐਸਚਨ ਦਾ ਆਨਸਰ ਹੈ ਸੀ। ਨੈਕਸਟ, what is the purpose of using constant prices in estimation of economy? ਤੁਸੀਂ ਜਾਣਦੇ ਹੋ ਜਿਹੜੀ ਸਾਡੀ GDP ਹੁੰਦੀ ਹੈ ਉਹ ਦੋ ਤਰੀਕੇ ਦੀ ਹੁੰਦੀ ਹੈ, ਨੋਮੀਨਲ ਤੇ ਰੀਅਲ GDP। ਜਿਹੜੀ ਨੋਮੀਨਲ GDP ਹੁੰਦੀ ਹੈ ਉਸ ਨੂੰ ਅਸੀਂ ਕੈਲਕੂਲੇਟ ਕਰਦੇ ਹਾਂ ਐਟ ਕਰੰਟ ਪ੍ਰਾਈਸ, ਅੱਜ ਜਿਹੜਾ ਪ੍ਰਾਈਸ ਚੱਲ ਰਿਹਾ ਹੈ। ਤੇ ਜਿਹੜੀ ਰੀਅਲ GDP ਹੁੰਦੀ ਹੈ ਉਸ ਨੂੰ ਅਸੀਂ ਕੈਲਕੂਲੇਟ ਕਰਦੇ ਹਾਂ ਕਾਂਸਟੈਂਟ ਪ੍ਰਾਈਸ ਦੇ ਵਿੱਚ। ਕਾਂਸਟੈਂਟ ਪ੍ਰਾਈਸ ਜਿਹੜਾ ਸੀਗਾ ਪਹਿਲਾਂ 2011-12 ਦੇ ਵਿੱਚ ਜਿਹੜਾ ਪ੍ਰਾਈਸ ਸੀਗਾ, ਉਹ ਪ੍ਰਾਈਸਿਸ ਨੂੰ ਯੂਜ਼ ਕਰਕੇ ਅਸੀਂ 2022 ਦੀ GDP ਕੈਲਕੂਲੇਟ ਕਰ ਰਹੇ ਹਾਂ, ਤਾਂ ਅਸੀਂ ਰੀਅਲ GDP ਕੈਲਕੂਲੇਟ ਕਰ ਰਹੇ ਹਾਂ। ਜਦ ਅਸੀਂ 2022 ਦੇ ਪ੍ਰਾਈਸਿਸ ਨੂੰ ਯੂਜ਼ ਕਰਕੇ 2022 ਦੀ GDP ਕੈਲਕੂਲੇਟ ਕਰਦੇ ਹਾਂ, ਤਾਂ ਅਸੀਂ ਨੋਮੀਨਲ GDP ਕੈਲਕੂਲੇਟ ਕਰ ਰਹੇ ਹਾਂ। ਤਾਂ ਅਸੀਂ ਕਾਂਸਟੈਂਟ ਪ੍ਰਾਈਸ ਕਿਉਂ ਯੂਜ਼ ਕਰਦੇ ਹਾਂ? ਵਾਈ ਡੂ ਵੀ ਕੈਲਕੂਲੇਟ ਰੀਅਲ GDP? ਇਹੀ ਪੁੱਛਿਆ। ऑप्शन ए, टू एलिमिनेट द इफेक्ट ऑफ प्राइस चेंज इन GDP एस्टिमेशन, बिल्कुल सही। टू फॉर्मुलेट एक्यूरेट प्लान्स फॉर सोशल डेवलपमेंट, ना। टू इंक्रीज रेवेन्यू कलेक्शन, ना। कैप्चर एम्प्लॉयमेंट, ना। यही है कि प्राइस चेंजेस दे वजह नाल, प्राइस चेंजेस करके तुहाडी GDP जे वध रही है घट रही है, तो तुसी प्राइस चेंज नूं हटाना चाहते हो, तुसी देखना चाहते हो कि एक्चुअली GDP वध रही है नहीं वध रही, तो तुसी रियल GDP कैलकुलेट करदे हो। तो ऑप्शन ए। नेक्स्ट, while computing GDP, why only the final goods are considered? सिर्फ फाइनल गुड्स ਦੇ ਪ੍ਰਾਈਸਿਸ ਨੂੰ ਅਸੀਂ ਕੈਲਕੂਲੇਟ ਕਰਦੇ ਹਾਂ, ਇੰਟਰਮੀਡੀਏਟ ਗੁੱਡਸ ਜਿਹੜੇ ਹੁੰਦੇ ਆ, ਰॉ ਮਟੀਰੀਅਲ ਦਾ ਪ੍ਰਾਈਸ ਨਹੀਂ ਅਸੀਂ ਕੈਲਕੂਲੇਟ ਕਰਦੇ। ਵਾਈ? ਬਿਕੋਜ਼ ਰॉ ਮਟੀਰੀਅਲ ਦੀ ਜਿਹੜੀ ਵੈਲਿਊ ਹੈ ਉਹ ਫਾਈਨਲ ਗੁੱਡ ਦੇ ਵਿੱਚ ਇਨਕਲੂਡਡ ਹੁੰਦੀ ਹੈ। ਤਾਂ ਜੇ ਅਸੀਂ ਇੰਟਰਮੀਡੀਏਟ ਗੁੱਡ ਦੀ ਵੈਲਿਊ ਨੂੰ ਐਕਸਟਰਾ ਕਾਊਂਟ ਕਰਾਂਗੇ ਤਾਂ ਅਸੀਂ ਡਬਲ ਕਾਊਂਟਿੰਗ ਕਰ ਰਹੇ ਹਾਂ, ਠੀਕ ਹੈ। ਤਾਂ ਡਬਲ ਕਾਊਂਟਿੰਗ ਨੂੰ ਐਲੀਮੀਨੇਟ ਕਰਨ ਵਾਸਤੇ ਅਸੀਂ ਸਿਰਫ ਫਾਈਨਲ ਗੁੱਡਸ ਕੈਲਕੂਲੇਟ ਕਰਦੇ ਹਾਂ। ਤਾਂ ਪਹਿਲਾ ਆਪਸ਼ਨ ਹੀ ਸਹੀ ਹੈ, ਟੂ ਅਵॉइड द एरर ऑफ डबल काउंटिंग। बाकी ऑप्शंस देखने की लोड़ ही नहीं, ठीक है। एक सेकंड, बाकी ऑप्शन देखने की लोड़ है क्योंकि ऑल ऑफ द अबव आ गया। काउंटिंग द इंटरमीडिएट गुड्स विल हाईली एग्जैजरेट द फाइनल वैल्यू ऑफ इकोनॉमिक एक्टिविटी, बिल्कुल सही। वैल्यू ऑफ फाइनल गुड्स ऑलरेडी इंक्लूड द वैल्यू ऑफ इंटरमीडिएट गुड्स, बिल्कुल सही। ये तीनों ही ऑप्शंस ठीक ने, डी है ऑल ऑफ द अबव, ठीक है। सारियां स्टेटमेंट्स पढ़नी ਹੁੰਦੀਆਂ ਹੈ। ਇਹ ਵੀ ਲੈਸਨ ਅਸੀਂ ਲਰਨ ਕੀਤਾ ਹੈ ਕਿ ਸਿਰਫ ਇੱਕ ਆਪਸ਼ਨ ਦੇਖ ਕੇ ਨਹੀਂ ਆਨਸਰ ਕਰਨਾ, ਸਾਰੀ ਆਪਸ਼ਨ ਦੇਖਿਓ, ਠੀਕ ਹੈ। ਇਹ ਮੈਂ ਗਲਤੀ ਕੀਤੀ ਸੀ, ਦੇਖਿਓ, ਤੇ ਗਲਤ ਆਪਸ਼ਨ ਮਾਰਕ ਕਰਨ ਦਾ ਮੈਂ। ਖੈਰ, ਇਕਨੋਮਿਕ ਗਰੋਥ ਇਨ ਅ ਕੰਟਰੀ ਇਜ਼ ਨਾਰਮਲੀ ਕਪਲਡ ਵਿਦ, ਇਕਨੋਮਿਕ ਗਰੋਥ ਜਦ ਤੁਹਾਡੀ ਕੰਟਰੀ ਦੇ ਵਿੱਚ ਹੋ ਰਹੀ ਹੈ ਨਾ, ਤਾਂ ਤੁਸੀਂ ਮੰਨ ਕੇ ਚੱਲਿਓ ਕਿ ਮੋਡਰੇਟ ਲੈਵਲਸ ਆਫ ਇਨਫਲੇਸ਼ਨ ਚੱਲ ਰਹੀ ਹੈ ਤੁਹਾਡੇ ਕੰਟਰੀ ਦੇ ਵਿੱਚ। ਵਾਈ? ਜੇ ਇਕਨੋਮਿਕ ਗਰੋਥ ਹੋ ਰਹੀ ਹੈ ਤਾਂ ਲੋਕਾਂ ਦੀ ਇਨਕਮ ਵੱਧ ਰਹੀ ਹੈ, ਜੇ ਲੋਕਾਂ ਦੀ ਇਨਕਮ ਵੱਧ ਰਹੀ ਹੈ ਤਾਂ ਡਿਮਾਂਡ ਵੱਧ ਰਹੀ ਹੈ, ਜਦ ਡਿਮਾਂਡ ਵੱਧਦੀ ਹੈ ਤਾਂ ਇਨਫਲੇਸ਼ਨ ਹੁੰਦੀ ਹੈ। ਆਲਵੇਜ਼ ਰਿਮੈਂਬਰ, ਇਕਨੋਮਿਕ ਗਰੋਥ ਇਜ਼ ਆਲਵੇਜ਼ ਅਕੰਪਨੀਡ ਬਾय ਮੋਡਰੇਟ ਲੈਵਲਸ ਆਫ ਇਨਫਲੇਸ਼ਨ। ਜਦ ਇਕਨੋਮਿਕ ਗਰੋਥ ਹੋ ਰਹੀ ਹੈ ਨਾ, ਕਦੇ ਵੀ ਡੀਫਲੇਸ਼ਨ ਨਹੀਂ ਹੋਗੀ,
मॉडरेट लेवल्स ऑफ इन्फ्लेशन जरूर होंदी है। गैलपिंग इन्फ्लेशन का मतलब है बहुत तेज इन्फ्लेशन, हाइपर इन्फ्लेशन का मतलब है बहुत ही तेज इन्फ्लेशन, ठीक है, ये दोनों नहीं होंगे। मॉडरेट लेवल्स ऑफ इन्फ्लेशन होता है, आंसर इज बी, ठीक है। नेक्स्ट, कंसिडर द फॉलोइंग स्टेटमेंट्स विद रिस्पेक्ट टू नेशनल प्रोडक्ट ऑफ अ कंट्री। GNP includes factor incomes earned by foreign nationals on factors of production of the domestic economy। ना, GNP की हुंदा है, GNP हुंदा है कि इंडियंस जेडी वेल्थ प्रोड्यूस कर रहे हैं, तो फॉरेनर्स इंडिया दे विच जेडी वेल्थ प्रोड्यूस कर रहे हैं वो GNP दे विच नहीं है, क्योंकि इंडियन नेशनल जेडी वेल्थ प्रोड्यूस कर रहे हैं उसनू असी GNP कहंदे हैं। GNP इज ऑलवेज हायर देन GDP, जरूरी नहीं है, बिल्कुल जरूरी नहीं है, गलत, ठीक है, आंसर इज नाइदर। Which of the following statements with respect to CPI is incorrect? CPI combined rural industrial worker are calculated by National Statistical Organization। ना, CPI combined था NSO कैलकुलेट करता है, CPI रूरल लेबर इंडस्ट्रियल वर्कर कैलकुलेट करते हैं लेबर डिपार्टमेंट। देखो लेबर डिपार्टमेंट कैलकुलेट की करता है, CPI इंडस्ट्रियल वर्कर, CPI रूरल लेबर, CPI एग्रीकल्चर लेबर, ते NSO कैलकुलेट करता है CPI कंबाइंड, CPI रूरल, CPI अर्बन, ठीक है। इस हिसाब नाल देखिए तो CPI कंबाइंड आल्सो नोन एज हेडलाइन इन्फ्लेशन इज अ मेजर ऑफ यूज फॉर, ये बिल्कुल सही है। CPI tracks retail prices of various goods and services, बिल्कुल सही है। CPI rural, CPI urban are calculated by Ministry of Statistics and बिल्कुल सही, because NSO इसी मिनिस्ट्री के अंडर है। तो गलत केड़ी स्टेटमेंट है? ए, ठीक है। नेक्स्ट, मिक्स्ड इकोनॉमी मींस एन इकोनॉमी वेयर बोथ एग्रीकल्चर एंड इंडस्ट्री आर इक्वली प्रमोटेड। ना, देयर इज कोएग्जिस्टेंस ऑफ प्राइवेट अलोंग विद पब्लिक, बिल्कुल। जब पब्लिक सेक्टर भी हैगा प्राइवेट सेक्टर भी हैगा उसनू असी मिक्स्ड इकोनॉमी कहंदे हैं। जब प्राइवेट से ही है उसनू असी प्राइवेट इकोनॉमी कहंदे हैं। जब पब्लिक सेक्टर ही हैगा उसनू असी सोशलिस्ट इकोनॉमी कहंदे हैं। सोशलिस्ट प्राइवेट नू असी कैपिटलिस्ट कहंदे हैं, ते जिस कंट्री दे विच दोनों सेक्टर्स अवेलेबल है जिद्दां इंडिया उसनू असी मिक्स्ड इकोनॉमी कहंदे हैं। तो ऑप्शन इज बी। With reference to India, consider the following statements. WPI is available on yearly basis, ना monthly basis। हर महीने का WPI आता है। Prices included in WPI are market prices, ना wholesale prices। Wholesale prices are different from market prices. In comparison with CPI, WPI gives less weightage to food articles। बिल्कुल सही। CPI दे विच फूड दी ज्यादा वेटेज है, WPI दे विच घट हैगी है। तो ऑप्शन केड़ी सही है? ओनली 3, ठीक है। तो दैट्स इट, ठीक है। चलो इस दे राही 25 क्वेश्चंस जेडे असी कवर कीते हैं, इस दे राही तुहाडा जीडीपी वाला टॉपिक कंप्लीट हो जाता है, इन्फ्लेशन का हो जाता है, तो बेसिक कॉन्सेप्ट्स ऑफ इकोनॉमिक्स कंप्लीट हो जाता है, ठीक है। तो इसी तरह करना आपा, ठीक है। नाउ नेक्स्ट लेक्चर दे विच ना असी बाकी होर जेडे टॉपिक्स हैं जीके इकोनॉमी दे उन्हां नूं कवर करांगे थ्रू MCQs। ऑलराइट, चलो फिर ऑल द बेस्ट फॉर योर एग्जामिनेशन एंड आई विल सी यू नेक्स्ट टाइम विद अनदर सेट ऑफ MCQs। थैंक यू।